ਧਰੋਂ ਧਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਦੇਵ ਪ੍ਰਸਾਦ ਸਚ ਹੋਵੇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸੀ ਹੋਏ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਿਤ ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬੰਦੋ ਪਦ ਸ਼੍ਰੀ ਸਾਰਦਾ ਉਤਪਲ ਦਲ ਦੁਤ ਨੈਣ। ਉਰਤਾ ਸਰਤਾ ਸਮਤ ਕੀ ਬੀਚੀ ਜਿਹ ਬਰ ਬੈਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਵਾਜ ਚਵਰ ਛਤਰ ਤਖਤ ਦੇ ਮਾਲਕੋ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ ਜੁੜ ਕਰਕੇ ਤੋਪਖਾਨਾ ਬਾਜ਼ਾਰ ਦੇ ਜਿੰਨਾ ਵੀ ਇਲਾਕੇ ਦੀਆਂ ਸੰਗਤਾਂ ਗੁਰੂ ਘਰ ਵਿਖੇ ਆਪ ਜੀ ਹਾਜ਼ਰੀਆਂ ਭਰ ਕੇ ਸੰਧਿਆ ਸਮੇਂ ਬਾਣੀ ਦਾ ਪਾਠ ਆਨੰਦ ਮਾਣਿਆ ਹੈ। ਰਹਿਰਾਸ ਜੀ ਦੇ ਪਾਠ ਉਪਰੰਤ ਸੋ ਹੁਣ ਖਾਲਸਾ ਜੀ 40 ਦਿਨਾਂ ਵਾਸਤੇ ਗੁਰਮੁਖਾਂ ਨੇ ਕਥਾ ਦੀ ਪ੍ਰਾਰੰਭਤਾ ਕੀਤੀ ਹੈ। ਮਹਾਰਾਜ ਦਾ ਇਤਿਹਾਸ ਬਹੁਤ ਲੰਬੇਰਾ ਹੈ, ਪਰ ਉਹਨਾਂ ਵਿੱਚੋਂ ਕੁਝ ਪ੍ਰਸੰਗ ਜੋ ਹਨ ਗੁਰੂ ਨਾਨਕ ਸਾਹਿਬ ਜੀ ਦੇ, ਉਹਨਾਂ ਪ੍ਰਕਰਣਾਂ ਦੀ ਕਥਾ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਵੈਸੇ ਮਹਾਰਾਜ ਦੀਆਂ ਕਥਾਵਾਂ ਕਈ ਗੁਰਮੁਖਾਂ ਨੇ ਪਹਿਲਾਂ ਵੀ ਲਿਖੀਆਂ। ਭਾਈ ਬਾਲੇ ਦੀ ਜਨਮ ਸਾਖੀ ਵੀ ਕਥਾ ਹੈ। ਇਸੇ ਤਰ੍ਹਾਂ ਔਰ ਬਹੁਤ ਸਾਰੇ ਪੁਰਾਤਨ ਗ੍ਰੰਥ ਹਨ ਜਿਨ੍ਹਾਂ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਹ ਗ੍ਰੰਥ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ, ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ। 10 ਗੁਰੂ ਸਾਹਿਬਾਂ ਦੀ ਮਹਾਨ ਕਥਾ ਜੋ ਆਪਣੀ ਕਲਮ ਦੁਆਰਾ ਕਵਿਤਾ ਦੇ ਰੂਪ ਚ ਲਿਖੀ ਹੈ, ਉਹ ਭਾਈ ਸੰਤੋਖ ਸਿੰਘ ਜੀ ਨੇ ਪਹਿਲਾਂ ਬੂੜੀਏ ਨਗਰ ਜਗਾਦਰੀ ਦੇ ਕੋਲ ਇਲਾਕਾ ਹੈ, ਇੱਥੇ ਬੂੜੀਏ ਚ ਰਹਿ ਕੇ ਕਥਾ ਲਿਖੀ। ਸੋ ਉਸ ਨਾਨਕ ਪ੍ਰਕਾਸ਼ ਦੀ ਕਥਾ ਤੋਂ ਬਾਅਦ ਕਈ ਸਾਲ ਲੰਘ ਗਏ। ਬਾਕੀ ਗੁਰੂ ਸਾਹਿਬਾਂ ਦੀ ਕਥਾ ਲਿਖਣੀ ਸੀ, ਜੋ ਸਥਾਨ ਵੀ ਨਹੀਂ ਸੀ। ਕਈ ਚੀਜ਼ਾਂ ਜੋ ਚਾਹੀਦੀਆਂ ਹੁੰਦੀਆਂ ਨੇ ਉਹ ਨਾ ਹੋਣ ਕਰਕੇ ਕੋਈ ਸਾਲ ਬੀਤੇ। ਫਿਰ ਖਾਲਸਾ ਜੀ ਪਟਿਆਲੇ ਦੇ ਰਾਜੇ ਕੋਲ ਵੀ ਰਹੇ, ਨਾਭੇ ਆਦਿਕ ਇਲਾਕਿਆਂ ਚ ਰਹੇ, ਕਈ ਥਾਵਾਂ ਤੋਂ ਵਿਚਰਦੇ। ਫਿਰ ਕੈਥਲਪਤੀ ਰਾਜਾ ਉਦੈ ਸਿੰਘ, ਉਹ ਭਾਈ ਸਾਹਿਬ ਜੀ ਨੂੰ ਲੈ ਕਰਕੇ ਜਦੋਂ ਕੈਥਲ ਗਏ, ਕੈਥਲ ਵਿਖੇ ਹਵੇਲੀ ਦਿੱਤੀ ਤੇ ਨਾਭਾਪਤੀ ਜਦੋਂ ਉਹਨਾਂ ਸਾਰਿਆਂ ਰਾਜਿਆਂ ਦੇ ਵਿੱਚ ਵਿਚਾਰ ਹੋਈ ਕਿ ਭਾਈ ਸਾਹਿਬ ਜੀ ਨੂੰ ਹਵੇਲੀ ਇਹੋ ਜਿਹੀ ਦੇਣੀ ਹੈ ਜਿੱਥੇ ਸਿੱਧਾ ਹਾਥੀ ਤੇ ਬਹਿ ਕੇ ਭਾਈ ਸਾਹਿਬ ਜੀ ਅੰਦਰ ਜਾ ਸਕਣ, ਯਾਨੀ ਵਿਦਵਾਨ ਦਾ ਇੰਨਾ ਵੱਡਾ ਸਤਿਕਾਰ ਹੋਵੇ ਤਾਂ ਆਪਾਂ ਤੁਹਾਡੇ ਕੋਲ ਭੇਜਾਂਗੇ। ਉਹਨਾਂ ਨੇ ਬਹੁਤ ਵੱਡੀ ਹਵੇਲੀ ਦਿੱਤੀ ਤੇ ਆਪ ਮਾਣ ਸਨਮਾਨ ਕਰਕੇ 13 ਸਾਲ ਲੱਗੇ ਜੋ ਗੁਰੂ ਇਤਿਹਾਸ ਦਾ ਗ੍ਰੰਥ ਲਿਖਿਆ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਪਹਿਲਾ ਜੋ ਹਿੱਸਾ ਹੈ ਉਹਨੂੰ ਕਹਿੰਦੇ ਨਾਨਕ ਪ੍ਰਕਾਸ਼। ਜਦੋਂ ਆਪਾਂ ਸੰਪੂਰਨ ਕਹਿੰਦੇ ਹਾਂ ਉਹਨੂੰ ਕਹਿੰਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ।
ਸੋ ਇਸ ਨੂੰ ਸ਼ੋਰਟ ਫਾਰਮ 'ਚ ਆਪਾਂ ਸੂਰਜ ਪ੍ਰਕਾਸ਼ ਵੀ ਕਹਿ ਦਿੰਦੇ। ਬਹੁਤ ਵੱਡਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਇਸ ਵਿੱਚ ਬਿਆਨਿਆ ਹੈ। ਭਾਈ ਸਤਨਾਮ ਸਿੰਘ ਜੀ ਮਹਾਰਾਜ ਦੀ ਕਥਾ ਦਾ ਗੁਰੂ ਜਸ ਸਰਵਣ ਕਰਾਉਂਦੇ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਜੋ ਪਿਛਲੇ ਸਥਾਨ ਤੇ ਕਾਕੂ ਵਿਖੇ ਵੀ ਕੀਤੀ ਹੈ, ਉੱਥੇ ਵੈਦ ਨੂੰ ਉਪਦੇਸ਼ ਦੇਣ ਦਾ ਜਿਹੜਾ ਪ੍ਰਸੰਗ ਹੈ, ਵੈਦ ਬੁਲਾਇਆ ਵੈਦ ਕੀ ਪਕੜ ਢੰਡੋਲੇ ਬਾਹ। ਉਸ ਵੈਦ ਨੂੰ ਕਿਵੇਂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਵੈਸੇ ਬੜਾ ਵਿਦਾਂਤ ਦਾ ਡੂੰਘਾ ਪ੍ਰਸੰਗ ਹੈ। ਆਓ ਇੱਥੇ ਤੱਕ ਇਹ ਕਥਾ ਪਹੁੰਚੀ ਹੈ, ਕਿਉਂਕਿ 40 ਦਿਨ ਕਥਾ ਕਰਨੀ ਹੈ। ਸੋ ਉਹਨਾਂ ਵਿੱਚੋਂ ਜੋ ਮਹਾਰਾਜ ਦੇ ਪ੍ਰਸੰਗ ਚੱਲ ਰਹੇ ਨੇ, ਉੱਥੋਂ ਆਪਾਂ ਲੜੀਵਾਰ ਕਥਾ ਚੱਲ ਰਹੀ ਹੈ, ਭਾਈ ਸਾਹਿਬ ਕਰ ਰਹੇ ਨੇ। ਸੋ ਹੁਕਮ ਹੋਇਆ ਕਿ ਮਹਾਰਾਜ ਦੀ ਕਥਾ ਵਿੱਚ ਹਾਜ਼ਰੀ ਭਰੀਏ। ਕੁਝ ਸਮਾਂ ਸੰਗਤ ਜੀ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਜੀ। ਮਨ ਬਿਰਤੀਆਂ ਇਕਾਗਰ ਕਰੋ, ਹਾਜ਼ਰੀ ਲਵਾਓ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬੰਦੋ ਪਦ ਸ੍ਰੀ ਸਾਰਦਾ, ਉਤਪਲ ਦਲ ਉਤਨੈਨ। ਸੰਗਤ ਜੀ ਇੱਕ ਮਰਿਆਦਾ ਹੁੰਦੀ ਹੈ ਮੰਗਲ ਦੀ। ਮੰਗਲ ਭਾਈ ਸੰਤੋਖ ਸਿੰਘ ਜੀ ਨੇ ਅਕਾਲ ਪੁਰਖ ਜੀ ਦਾ ਕੀਤਾ, ਫਿਰ ਆਪ ਅਕਾਲ ਪੁਰਖ ਜੀ ਤੋਂ ਬਾਅਦ ਕੀਤਾ 10 ਗੁਰੂ ਸਾਹਿਬਾਂ ਦਾ। 10 ਗੁਰੂ ਸਾਹਿਬਾਂ ਤੋਂ ਬਾਅਦ ਮੰਗਲ ਵੀ ਕੀਤੇ ਨੇ ਵਿਦਿਆ ਦੇ, ਕਿਉਂਕਿ ਵਿਦਿਆ ਤੋਂ ਬਿਨਾਂ ਵਿਦਵਾਨ ਨਹੀਂ ਹੈ। ਵਿਦਿਆ ਨੂੰ ਸਾਰਦਾ ਵੀ ਕਿਹਾ, ਕਿਉਂਕਿ ਸਾਰ ਦਾ ਅਰਥ ਹੁੰਦਾ ਤਤ, ਨਿਚੋੜ। ਦਾ ਦਾ ਅਰਥ ਹੁੰਦਾ ਦੇਣ ਵਾਲੀ। ਜੋ ਸ਼ਕਤੀ ਤਤਵ ਦਾ ਗਿਆਨ ਕਰਾਵੇ ਉਹਨੂੰ ਕਹਿੰਦੇ ਸਾਰਦਾ। ਇਸੇ ਨੂੰ ਸਰਸਵਤੀ ਵੀ ਕਹਿੰਦੇ, ਸਰਸਵਤੀ, ਉੱਤਮ ਰਸ ਵਾਲੀ। ਉੱਤਮ ਰਸ ਦੁਨੀਆ ਵਿੱਚ ਇੱਕੋ ਹੀ ਹੈ, ਉਹ ਹੈ ਵਿਦਵਾ, ਵਿਦਿਆ। ਵਿਦਿਆ ਜੈਸਾ ਦੁਨੀਆ ਤੇ ਕੋਈ ਉੱਤਮ ਰਸ ਨਹੀਂ ਹੈ, ਇਸ ਲਈ ਉਸ ਨੂੰ ਸਰਸਵਤੀ ਕਿਹਾ। ਬੜੇ ਸਰਲ ਰੂਪ ਵਾਲੀ ਹੋਵੇ। ਆਪਾਂ ਸਰਸਵਤੀ ਦਾ ਅਰਥ ਸਾਡੇ ਮਾਈਂਡ 'ਚ ਜੋ ਪਿਆ ਉਹ ਸਿਰਫ ਇਹ ਹੈ ਕਿ ਸਾਹਮਣੇ ਇੱਕ ਵੀਣਾ ਧਾਰ ਕੇ ਇੱਕ ਇਸਤਰੀ ਬੈਠੀ ਹੈ ਜਿਹਨੂੰ ਆਪਾਂ ਦੇਵੀ ਕਹਿੰਦੇ। ਉਹ ਸਿਰਫ ਇੱਕ ਦੇਵੀ ਵਾਚਕ ਹੋਣ ਕਰਕੇ ਇਸਤਰੀ ਰੂਪ ਦਿਖਾਇਆ ਜਾਂਦਾ, ਮੂਰਤੀ ਰੂਪ, ਪਰ ਵਾਸਤਵ ਵਿੱਚ ਉਹ ਇੱਕ ਪ੍ਰਤੀਕ ਹੈ, ਬਿੰਬ ਹੈ। ਅਸਲ ਵਿੱਚ ਵਿਦਿਆ ਨੂੰ ਹੀ ਸਰਸਵਤੀ ਕਿਹਾ ਨਾ, ਗਿਆਨ, ਪ੍ਰਕਾਸ਼। ਵਿਦਿਆ ਰਾਗ ਦੀ ਵੀ ਹੈ, ਵਿਦਿਆ ਡਾਕਟਰੀ ਦੀ ਵੀ ਹੈ, ਹਰ ਇੱਕ ਚੀਜ਼ ਦੀ ਵਿਦਿਆ ਹੁੰਦੀ ਹੈ। ਸੋ ਵਿਦਿਆ ਜਿਹੜੀ ਹੈ ਵਿਦਵਾਨਾਂ ਦੀ ਹਮੇਸ਼ਾ ਆਰਾਧਨੀय ਰਹੀ। ਕੋਈ ਵੀ ਵਿਦਵਾਨ ਹੈ, ਕੋਈ ਵਿਦਿਆਰਥੀ ਹੈ, ਉਹ ਹਮੇਸ਼ਾ ਕਹਿੰਦਾ ਹੈ ਵਿਦਿਆ ਤੂੰ, ਤੇਰੀ ਕਿਰਪਾ ਨਾਲ ਹੀ ਮੈਂ ਸਭ ਕੁਝ ਬੋਲ ਸਕਦਾ, ਮੈਂ ਲਿਖ ਸਕਦਾ। ਇਸ ਲਈ ਵਿਦਿਆ ਦਾ ਮੰਗਲ 10ਵੇਂ ਪਾਤਸ਼ਾਹ ਵੀ ਕੀਤਾ ਸਰਬਰੋਗ ਗ੍ਰੰਥ ਸਾਹਿਬ ਵਿੱਚ। ਇੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਬੰਦਨਾ ਕਰਦੇ ਹਾਂ ਪਦ ਤੇ ਚਰਨਾਂ ਤੇ ਸ੍ਰੀ ਸਾਰਦਾਸ, ਜੋ ਸ੍ਰੀ ਵਿਦਿਆ ਰੂਪ ਹੈ, ਪਰਮੇਸ਼ਰ ਦੀ ਸ਼ਕਤੀ ਹੈ। ਉਤਪਲ ਦਲ, ਜਿਹਦੇ ਦੋਵੇਂ ਨੈਣ, ਦੋਵੇਂ ਨੇਤਰ ਕਮਲ ਦੇ ਫੁੱਲ ਵਾਂਗੂ ਖਿੜੇ ਹੋਏ ਨੇ। ਕਿਸੇ ਦੇ ਨੇਤਰ ਕਮਲ ਫੁੱਲ ਵਾਂਗੂ ਖਿੜੇ ਹੋਣ ਦਾ ਅਰਥ ਹੈ ਵੀ ਉਹਦੇ ਮੇਰੇ ਉੱਤੇ ਬੜੀ ਕਿਰਪਾ ਦ੍ਰਿਸ਼ਟੀ, ਉਹਦੇ ਦੇਖਣ ਦਾ ਭਾਵ ਮੇਰੇ ਉੱਤੇ ਪਿਆਰ ਵਾਲਾ, ਕਿਰਪਾ ਵਾਲਾ ਹੈ। ਇਹ ਵਿਦਿਆ ਤੇਰੇ ਨੇਤਰ ਬਹੁਤ ਸੁੰਦਰ ਹਨ, ਜੋ ਤੂੰ ਮੇਰੇ ਵੱਲ ਕਿਰਪਾ ਕਰਕੇ ਦੇਖਿਆ ਤੇ ਮੇਰੇ ਕੋਲੋਂ ਇਹ ਗ੍ਰੰਥ ਲਿਖਾਇਆ ਹੈ। ਹੁਰਦਾ ਸਰਿਤਾ ਸਮਤ ਕੀ ਬੀਜੀ ਜਿਹ ਬਾਰ ਬੈਨ। ਤੂੰ ਮੇਰੇ ਹਿਰਦੇ ਨੂੰ ਹੁਰਦਾ ਸਰਿਤਾ, ਚੰਗੀ ਸੁਮਤੀ ਦੀ, ਚੰਗੀ ਬੁੱਧੀ ਦੀ ਨਦੀ ਦੇਣ ਵਾਲੀ। ਸਰਿਤਾ ਨਾਮ ਨਦੀ ਦਾ। ਮੇਰੇ ਹਿਰਦੇ ਵਿੱਚ ਚੰਗੀ ਮੱਤ ਦੀ ਨਦੀ ਦਾ ਪ੍ਰਗਾਸ ਕਰਨ ਵਾਲੀ ਹੈ। ਬੀਜੀ ਜਿਹ ਕਰ ਬੈਨ, ਕਹਿੰਦੇ ਜਿਸ ਦੇ ਬਚਨਾਂ ਵਿੱਚੋਂ ਹੀ ਇਹ ਨਦੀ ਪ੍ਰਗਟ ਹੋ ਰਹੀ। ਚੰਗੀ ਮੱਤ ਰੂਪੀ ਨਦੀ ਜਿਹੜੀ ਹੈ ਇਹ ਵਿਦਿਆ ਦੇ ਮੁਖ ਚੋਂ ਪ੍ਰਗਟ ਹੁੰਦੀ ਹੈ। ਇੱਥੇ ਤੱਕ ਵਿਦਿਆ ਦਾ ਮੰਗਲ, ਕਿਉਂਕਿ ਇਹ 13ਵਾਂ ਅਧਿਆਇ ਹੈ ਨਾਨਕ ਪ੍ਰਕਾਸ਼ ਦਾ। ਇਹਨਾਂ ਵਿੱਚ ਪਹਿਲਾਂ 10 ਅਧਿਆਇ ਵਿੱਚ 10 ਪਾਤਸ਼ਾਹੀਆਂ ਦੇ ਮੰਗਲ ਆ ਚੁੱਕੇ। ਹੁਣ ਵਿਦਿਆ ਦਾ ਮੰਗਲ ਕਰਕੇ ਭਾਈ ਸਾਹਿਬ ਜੀ ਕਥਾ ਆਰੰਭ ਕਰਦੇ ਹਨ। ਦੋਹਰਾ ਸੁੰਦਰ ਸੁਖਵੰਦਰ ਪ੍ਰਭੂ, ਆਨੰਦ ਸਦਾ ਮੁਕੰਦ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਦਾ ਕਥਨ ਕੀਤਾ ਹੈ। ਸੁੰਦਰ
ਜੋ ਸਦਾ ਹੀ ਸੁਖ ਦੇ ਮੰਦਰ ਹਨ। ਪ੍ਰਭੂ ਜੋ ਪ੍ਰਭਤਾ ਮਾਲਕ ਹਨ, ਆਨੰਦ ਦੇਣ ਵਾਲੇ ਹਨ, ਸਦਾ ਹੀ ਮੁਕਤੀ ਦਾ ਸਰੂਪ। ਗੁਰੂ ਨਾਨਕ ਸਾਹਿਬ ਨੂੰ ਕਿਧਰੋਂ ਮੁਕਤੀ ਲੈਣ ਦੀ ਇੱਛਾ ਨਹੀਂ, ਕਿਉਂਕਿ ਉਹ ਸਦਾ ਹੀ ਮੁਕਤ ਸਰੂਪ ਹਨ। ਅੰਤਰਮੁਖ ਪ੍ਰਿਤ ਸਰਦ ਮੈਂ ਕਿਨੀ ਬਹੁ ਜੁਗ ਬੰਦ। ਅੰਤਰਮੁਖੀ ਬਿਰਤੀ ਕਰ ਲਈ ਸਰਦ ਰੁੱਤੂ ਚ। ਸੰਗਤ ਜੀ, ਇਹਦੇ ਵਿੱਚ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਜਦੋਂ ਇਹ ਸਾਰੇ ਪ੍ਰਸੰਗ ਚੱਲ ਰਹੇ ਨਾ, ਇਹਨਾਂ ਵਿੱਚ ਰੁੱਤਾਂ ਦਾ ਵਰਣਨ ਆਇਆ। ਰੁੱਤਾਂ ਦਾ, ਜਿਹੜੀਆਂ ਰੁੱਤ ਹੁੰਦੀਆਂ 6 ਰੁੱਤਾਂ ਨੇ। ਹੁਣ ਸਰਦ ਰੁੱਤ ਦੇ ਸਮੇਂ ਦਾ ਪ੍ਰਸੰਗ ਦੱਸਦਾ ਵੀ ਜਦੋਂ ਸਰਦ ਰੁੱਤ ਦਾ ਸਮਾਂ ਆਇਆ, ਮਹਾਰਾਜ ਨੇ ਆਪਣੀ ਮਨੋਬਿਰਤੀ ਇੰਨੀ ਅੰਦਰ ਕਰ ਲਈ। ਆਪਾਂ ਬਾਹਰੀ ਵਿਵਹਾਰ ਬਿਰਤੀ ਨਾਲ ਕਰਦੇ ਹਾਂ, ਦੂਜੇ ਨਾਲ ਬੋਲਣਾ, ਸੁਣਨਾ, ਬਹਿਣਾ, ਉੱਠਣਾ, ਕੁਝ ਖਾਣਾ। ਜਦੋਂ ਸਾਡਾ ਖਿਆਲ ਬਾਹਰ ਜਾਏਗਾ ਤਾਂ ਆਪਾਂ ਬਾਹਰ ਮੁਖੀ ਹੁੰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਬਾਹਰੀ ਕਾਰਜ ਬਿਲਕੁਲ ਤਿਆਗ ਕੇ ਸ਼ਾਂਤ ਸਰੂਪ ਹੋ ਕੇ ਅੰਤਰਮੁਖੀ ਬਿਰਤੀ ਕਰ ਲਈ ਹੈ। ਚੌਪਈ ਤੇ ਪਾਛੇ ਬੇਦੀ ਕੁਲ ਕੇਤਾ। ਤੇ ਪਾਛੇ ਬੇਦੀ ਕੁਲ ਕੇਤਾ। ਹੁਣ ਖਾਲਸਾ ਜੀ, ਉਸ ਸਮੇਂ ਤੇ ਪਾਛੇ ਦਾ ਉਸ ਤੋਂ ਬਾਅਦ ਬੇਦੀ ਕੁਲ ਦੇ ਨਿਸ਼ਾਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਓਡੇ ਰਹਿ ਇਕਾਂਤ ਨਿਕੇਤਾ। ਆਪਣੇ ਘਰ ਚ ਮਹਾਰਾਜ ਚੁੱਪਚਾਪ ਹੁਣ ਪੈ ਜਾਂਦੇ। ਦੇਖੋ, ਹਰ ਸਮੇਂ ਦੀ ਲੀਲਾ ਹੈ ਵੱਖਰੀ ਵੱਖਰੀ। ਉਸ ਸਮੇਂ ਗੁਰੂ ਨਾਨਕ ਸਾਹਿਬ ਆਪਣੇ ਘਰ ਵਿੱਚ ਹੀ ਪਏ ਰਹਿੰਦੇ ਸੀ, ਕਿਸੇ ਨਾਲ ਬਚਨ ਨਹੀਂ ਸੀ ਕਰਦੇ। ਸੰਤ ਸਮਤ ਜਿਹੇ ਸੁਨੈ ਬਿਲੋਕੈ। ਜਿਹੜੇ ਵੀ ਸੰਤ ਸਾਧੂਆਂ ਨਾਲ ਬਚਨ ਕਰਦੇ ਸੀ ਨਾ ਮਹਾਰਾਜ, ਪਹਿਲਾਂ ਇਸ ਤੋਂ ਪਹਿਲਾਂ ਜ਼ਿਕਰ ਆਉਂਦਾ ਵੀ ਪੰਡਤਾਂ ਨਾਲ ਜਾਂ ਸੰਤਾਂ ਸਾਧੂਆਂ ਨਾਲ ਬਚਨ ਵਿਲਾਸ ਕਰ ਲੈਂਦੇ ਸੀ। ਪਰ ਜਿਹੜੇ ਪਹਿਲਾਂ ਮਿਲਦੇ ਹੁੰਦੇ ਸੀ, ਕਹਿੰਦੇ ਕਾਲੂ ਦਾ ਪੁੱਤਰ ਕਿੱਥੇ, ਅੱਜ ਦਿਖਦਾ ਨਹੀਂ, ਉਹ ਬੋਲਦੇ ਕਿਉਂ ਨਹੀਂ, ਅੱਜ ਇੰਨੇ ਦਿਨ ਹੋ ਗਏ ਉਹਨਾਂ ਦੇ ਦਰਸ਼ਨ ਨਹੀਂ ਹੋਏ, ਹੁਣ ਕੋਈ ਗੱਲਬਾਤ ਵੀ ਨਹੀਂ ਕਰਦੇ। ਇਸ ਤਰ੍ਹਾਂ ਸੰਤ ਪੁਰਖ, ਚੰਗੇ ਪੁਰਸ਼ ਪੁੱਛਿਆ ਕਰਦੇ ਸੀ। ਤਹਿ ਜਾਵੈ ਕਬ ਕਬ ਤਜ ਓਕੈ। ਕਦੇ ਕਦੇ ਮਹਾਰਾਜ ਉਹਨਾਂ ਦੇ ਕੋਲ ਚਲੇ ਵੀ ਜਾਂਦੇ ਸੀ। ਜਿਹੜੇ ਬਹੁਤੇ ਪ੍ਰੇਮੀ ਬਚਨ ਵਿਲਾਸ ਕਰਦੇ ਸੀ ਨਾ, ਉਹਨਾਂ ਕੋਲ ਕਦੇ ਕਦੇ ਜਾਂਦੇ ਸੀ। ਕਰਤ ਸਦਾ ਸੰਤਨ ਕੀ ਸੰਗਤ। ਗੁਰੂ ਨਾਨਕ ਸਾਹਿਬ ਜੀ ਸਦਾ ਹੀ ਚੰਗੇ ਸਤਿਪੁਰਸ਼ਾਂ ਦੀ, ਜੋ ਦਵੈਤ ਦੀਆਂ ਗੱਲਾਂ ਨਾ ਕਰਨ, ਜੋ ਨਿੰਦਾ ਚੁਗਲੀ ਦੀ ਗੱਲ ਨਾ ਕਰਨ, ਜੋ ਪਰਮੇਸ਼ਰ ਦੇ ਭਜਨ ਦੀ ਗੱਲ ਕਰਨ, ਐਸੇ ਗੁਰਮੁਖਾਂ ਦੀ ਸੰਗਤ ਵਿੱਚ ਗੁਰੂ ਨਾਨਕ ਸਾਹਿਬ ਆਪ ਬੈਠਦੇ ਸੀ। ਅੱਜ ਵੀ ਖਾਲਸਾ ਜੀ, ਜਦੋਂ ਆਪਣੀ ਬਿਰਤ ਟਿਕ ਜਾਏ ਨਾ, ਤੇ ਕਦੇ ਇਹ ਨਾ ਸੋਚਿਆ ਕਰੀਏ ਵੀ ਸਾਡੀ ਬਿਰਤੀ ਟਿਕੀ ਹੈ, ਇੰਨੀ ਸਾਡੇ ਚ ਸਮਰੱਥਾ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਆਪ ਹੀ ਵਰਤਦਾ ਹੈ, ਆਪ ਪਰਮੇਸ਼ਰ ਵਰਤ ਰਿਹਾ ਹੁੰਦਾ, ਤਾਂ ਸਾਡੀ ਪ੍ਰਵਿਰਤੀ ਉਦਾਂ ਦੀ ਹੋ ਜਾਂਦੀ ਹੈ। ਜਦੋਂ ਸੰਤ ਦੀ, ਚੰਗੇ ਪੁਰਸ਼ ਦੀ, ਕਿਸੇ ਨਾਮ ਜਪਣ ਵਾਲੇ ਦੀ ਆਪਾਂ ਸੰਗਤ ਕਰਦੇ ਹਾਂ, ਸਾਡੀ ਬਿਰਤੀ ਟਿਕਦੀ ਹੈ। ਉਹ ਅਸੀਂ ਇੰਨੇ ਸਮਰੱਥ ਨਹੀਂ ਹੈ ਕਿ ਅਸੀਂ ਬਿਰਤੀ ਟਿਕਾ ਸਕਦੇ। ਸਤਿਗੁਰੂ ਨਾਨਕ ਸਾਹਿਬ ਆਪ ਵਰਤੇ, ਕਿਉਂਕਿ ਬਾਣੀ ਦਾ ਵਚਨ ਹੈ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਈ। ਸੁਣਨ ਕਹਿਣ ਦੇ ਵਿੱਚ ਪਵਿੱਤਰਤਾ ਕਿਹਦੀ ਬਣਦੀ ਹੈ? ਸਤਿਗੁਰੂ ਜੀ ਭਰਪੂਰ ਹੁੰਦੇ। ਸੋ ਗੁਰੂ ਨਾਨਕ ਸਾਹਿਬ ਆਪ ਬੈਠਦੇ ਉਹਨਾਂ ਸੰਤਾਂ ਪੁਰਸ਼ਾਂ 'ਚ। ਅੱਜ ਵੀ ਖਾਲਸਾ ਜੀ ਗੁਰੂ ਨਾਨਕ ਰੂਪ ਹੀ ਵਰਤ ਰਹੇ ਨੇ। ਆ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਆਪ ਗੁਰੂ ਨਾਨਕ ਸਾਹਿਬ ਸਤਿਪੁਰਸ਼ਾਂ ਦੇ ਕੋਲ ਬੜਾ ਪ੍ਰੇਮ ਨਾਲ ਬੈਠਦੇ ਸੀ। ਨੈ ਬੈਠੈ ਅਗਿਆਤਨ ਪੰਗਤ। ਅਗਿਆਤਨ ਜਿਹੜੇ ਗਿਆਨਹੀਣ ਲੋਕ ਹਨ, ਦਵੈਸ਼ ਦੀਆਂ ਗੱਲਾਂ, ਪਖੰਡ ਦੀਆਂ ਗੱਲਾਂ ਕਰਨ ਵਾਲੇ, ਹੰਕਾਰ ਦੀਆਂ ਗੱਲਾਂ ਕਰਨ ਵਾਲੇ, ਐਸੇ ਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਨਹੀਂ ਸੀ ਬੈਠਦੇ। ਨਿਰੰਕਾਰ ਕੀ ਕੀਰਤ ਗਾਥਾ। ਹਮੇਸ਼ਾ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੀ ਸਿਫਤ, ਕਰਤੇ ਪੁਰਖ ਦੀ ਗਾਥ, ਉਹਦੇ ਬਚਨ ਵਿਲਾਸ ਕਰਦੇ ਹਨ। ਕਹੈ ਸੁਨਹਿ ਤਿਨ ਸੋ ਹਿਤ ਸਾਥਾ। ਉਹਨਾਂ ਸਾਧੂ ਪੁਰਸ਼ਾਂ ਨਾਲ, ਚੰਗੇ ਪੁਰਸ਼ਾਂ ਨਾਲ ਪਰਮੇਸ਼ਰ ਦੀ ਗੱਲ ਸੁਣਨੀ, ਕਹਿਣੀ, ਭਗਤੀ ਦੀਆਂ ਗੱਲਾਂ। ਖਾਲਸਾ ਜੀ, ਜਿਹੜੀ ਭਗਵਤ ਪ੍ਰੀਤੀ ਹੈ ਨਾ, ਭਗਵਾਨ ਦਾ ਕੋਈ ਰੰਗ ਰੂਪ ਨਹੀਂ ਹੈ, ਕੋਈ ਆਕਾਰ ਨਹੀਂ ਹੈ, ਪਰ ਸਾਰੇ ਉਹਦੇ ਆਕਾਰ, ਕੋਈ ਉਸ ਤੋਂ ਪਰੇ ਵੀ ਨਹੀਂ ਹੈ, ਕੋਈ ਆਪਣਾ ਵੀ ਨਹੀਂ। ਸੋ ਮਹਾਰਾਜ ਸਾਰੇ ਹੀ ਜਿੰਨੇ ਮਹਾਂਪੁਰਸ਼ ਹੋਏ ਨੇ, ਉਹਨਾਂ ਭਗਤਾਂ ਦੀ ਕਥਾ ਸੁਣਨੀ, ਉਹਨਾਂ ਦੀ ਭਗਤੀ ਦੀ ਕਥਾ ਕਹਿਣੀ। ਹੁਣ ਦੇਖੋ, ਪ੍ਰਹਿਲਾਦ ਦੀ ਭਗਤੀ ਹੈ, ਹਰ ਜੁਗ ਜੁਗ ਭਗਤ ਪਾਇਆ, ਲੱਖਾਂ ਯੁੱਗਾਂ ਦੇ ਵਿੱਚ ਪਰਮੇਸ਼ਰ ਭਗਤਾਂ ਨੂੰ ਪੈਦਾ ਕਰਦਾ ਹੈ।
ਪੈਜ ਰਖਦਾ ਆਇਆ ਰਾਮ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਹੁਣ ਪ੍ਰਹਿਲਾਦ ਜੀ ਦੀ ਜੋ ਕਥਾ ਹੈ, ਇਹ ਭਗਵਤ ਚਰਚਾ ਹੈ। ਪਰਮੇਸ਼ਰ ਦੇ ਬਾਰੇ ਬਚਨ ਵਿਲਾਸ ਕਰਨੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ 'ਚ ਇਹੀ ਮਹਾਨਤਾ ਸੀ ਕਿ ਬੱਚਿਆਂ ਵਿੱਚ ਬੈਠਣਾ, ਉਹਨਾਂ ਨੂੰ ਭਗਤ ਪ੍ਰਹਿਲਾਦ ਦੀ ਕਥਾ ਸੁਣਾਉਣੀ। ਔਰ ਜੈਸੀ ਜਿਸ ਦੀ ਉਮਰ ਹੈ, ਜਿਹੋ ਜਿਹੀ ਜਿੰਨੀ ਕੁ ਅਵਸਥਾ ਹੈ, ਜੇ ਕੋਈ ਗਿਆਨ ਦੀ ਚਰਚਾ ਸੁਣਦਾ ਉਹਨੂੰ ਗਿਆਨ ਦੀ ਕਥਾ, ਜੇ ਕੋਈ ਭਗਤੀ ਦੀ ਗੱਲ ਸੁਣਨਾ ਚਾਹੁੰਦਾ ਉਹਦੇ ਨਾਲ ਭਗਤੀ ਦੀ ਬਚਨ। ਸੋ ਸਾਰਿਆਂ ਨਾਲ ਮਹਾਰਾਜ ਜੀ ਬਚਨ ਵਿਲਾਸ ਕਰਦੇ ਸਨ, ਭਗਤੀ ਤੇ ਗਿਆਨ ਦੇ। ਰੀਤ ਬਿਰਕਤਨ ਕੀ ਚਿਤ ਧਾਰੀ। ਆਪਣੇ ਮਨ ਵਿੱਚ ਵਿਰਕਤ ਪੁਰਸ਼ਾਂ ਵਾਲੀ ਰੀਤੀ ਬਣਾਈ। ਹੁਣ ਵਿਰਕਤ ਕੀ ਹੁੰਦਾ? ਵੇ ਨਾਮ ਹੈ ਨਹੀਂ ਰਕਤ ਖੂਨ, ਜਿਹਦੇ ਅੰਦਰ ਖੂਨ ਨਾ ਹੋਵੇ ਉਹਨੂੰ ਵਿਰਕਤ ਕਹਿੰਦੇ। ਪਰ ਸੰਗਤ ਜੀ, ਆਪਾਂ ਖੂਨ ਬਿਨਾਂ ਜੀ ਸਕਦੇ? ਕੋਈ ਵੀ ਨਹੀਂ ਜੀਂਦਾ। ਇਸ ਕਰਕੇ ਖੂਨ ਦਾ ਅਰਥ ਹੈ ਰਸ। ਰਕਤ ਦਾ ਖੂਨ, ਖੂਨ ਦਾ ਰਸ। ਜਿਹਦੇ ਅੰਦਰ ਰਸ ਨਾ ਹੋਵੇ, ਸਵਾਦ ਨਾ ਹੋਵੇ, ਮੋਹ ਨਾ ਹੋਵੇ, ਮਮਤਾ ਨਾ ਹੋਵੇ, ਐਸੇ ਵਿਰਕਤਾਂ ਵਾਲੀ ਬਿਰਤੀ ਗੁਰੂ ਨਾਨਕ ਸਾਹਿਬ ਦੀ ਸੀ। ਕਿਸੇ ਵਸਤੂ ਨਾਲ ਰਸ, ਸਵਾਦ, ਮੋਹ, ਮਮਤਾ ਨਹੀਂ ਸੀ। ਇਹੋ ਜਿਹੀ ਬਿਰਤੀ ਰੱਖਦੇ ਸਨ। ਗ੍ਰਸਤੀ ਹੋ ਕੇ ਵੀ ਗੁਰੂ ਨਾਨਕ ਸਾਹਿਬ ਵਿਰਕਤੀ ਰਹੇ, ਨਹੀਂ ਤਾਂ ਗ੍ਰਸਤੀ ਥੋੜੀ ਵਿਰਕਤ ਹੁੰਦੇ। ਮਹਾਰਾਜ ਗ੍ਰਸਤੀ ਹੁੰਦਿਆਂ ਵੀ ਕਿਸੇ ਵਸਤੂ ਦਾ ਮੋਹ ਨਹੀਂ। ਕਥਾ ਜ਼ਿਕਰ ਆਉਂਦਾ, ਜਦੋਂ ਬਾਲ ਅਵਸਥਾ ਵਿੱਚ ਵੀ ਘਰ ਦੀਆਂ ਸਾਰੀਆਂ ਵਸਤੂਆਂ ਬਾਹਰ ਦੇ ਆਉਂਦੇ ਸੀ, ਕਿਸੇ ਨਾਲ ਕੋਈ ਵਸਤੂ ਦਾ ਮੋਹ ਨਹੀਂ ਸੀ ਰੱਖਦੇ। ਤਜੇ ਜੰਜਾਰ ਜੋ ਹੁਤੇ ਸੰਸਾਰੀ। ਇਹ ਜਿੰਨੇ ਸੰਸਾਰ ਦੇ ਜੰਜਾਲ ਹਨ, ਉਹਨਾਂ 'ਚ ਰਹਿੰਦਿਆਂ ਵੀ ਉਹਨਾਂ ਤੋਂ ਮੁਕਤ ਸਨ, ਰਹੇ ਉਹਨਾਂ 'ਚ। ਉਸ ਜ਼ਮਾਨੇ ਦੀ ਜਿੰਨੀ ਸੁੰਦਰਤਾ ਸ਼ਿੰਗਾਰ ਸੀ, ਗੁਰੂ ਨਾਨਕ ਸਾਹਿਬ ਨੇ ਕੀਤਾ। ਜਿਵੇਂ ਆਪਾਂ ਸੋਹਣੀ ਅੱਜ ਦੇ ਜ਼ਮਾਨੇ 'ਚ ਸੋਹਣੀ ਦਸਤਾਰ ਸਜਾਣੀ, ਸੋਹਣੇ ਕੱਪੜੇ ਪਾਣੇ, ਚੰਗੀਆਂ ਆਪਾਂ ਚੀਜ਼ਾਂ ਰੱਖਦੇ ਹਾਂ, ਗੁਰੂ ਨਾਨਕ ਸਾਹਿਬ ਇਹ ਸਾਰੀਆਂ ਚੀਜ਼ਾਂ ਰੱਖਦੇ ਸੀ। ਘੋੜੀ ਵੀ ਸੀ। ਅੱਜ ਦੇ ਜ਼ਮਾਨੇ 'ਚ ਮੋਟਰਸਾਈਕਲ ਨੇ, ਕਾਰਾਂ ਨੇ, ਪੁਰਾਣੇ ਸਮੇਂ ਘੋੜੀਆਂ ਸੀ। ਮਹਾਰਾਜ ਚੰਗੀ ਘੋੜੀ ਵੀ ਰੱਖਦੇ ਸੀ। ਫਿਰ ਤਿਆਗੀ, ਜਦੋਂ ਛੱਡੀ ਹੈ ਫਿਰ ਖਾਲਸਾ ਜੀ ਉਸ ਚੀਜ਼ ਦਾ ਮੋਹ ਵੀ ਨਹੀਂ ਕੀਤਾ। ਤੇ ਛੱਡੀ ਤਾਂ ਹੋਵੇ ਜੇ ਪਕੜੀ ਹੋਵੇ, ਅੰਤਰ ਬਿਰਤੀ ਨਾਲ ਫੜੀ ਕਦੇ ਵੀ ਨਹੀਂ, ਪਰ ਬਾਹਰੀ ਤੌਰ ਤੇ ਵਰਤਦੇ ਵੀ ਰਹੇ। ਸੋ ਗੁਰੂ ਨਾਨਕ ਸਾਹਿਬ ਜੀ ਐਸੀ ਲੀਲਾ ਹੈ ਜੋ ਸਾਰੇ ਸੰਸਾਰ ਦੇ ਜੰਜਾਲ ਤੋਂ ਉੱਪਰ ਹਨ। ਬੈਸ ਗੋਤ ਧਨ ਜਾਤ ਸਮਾਨਾ। ਉਮਰ, ਗੋਤ, ਧਨ, ਜਾਤੀ, ਆਪਣੀ ਵਸਤੂਆਂ ਦਾ ਮਾਣ, ਹੰਕਾਰ, ਇਹਨਾਂ ਸਾਰਿਆਂ ਤੋਂ ਬਚਨ ਸੁਨਨ ਕੀ ਜਿਨ ਰੁਚ ਨਾਨਾ। ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨਾਲ ਮਿਲਦੇ ਸੀ, ਯਾਨੀ ਇਹਨਾਂ ਚੀਜ਼ਾਂ ਤੋਂ ਨਿਰਲੇਪ ਸਨ। ਉਮਰ ਦਾ ਹੰਕਾਰ ਨਹੀਂ ਕਿਸੇ ਨਾਲ, ਵੱਡੇ ਛੋਟੇ ਦਾ, ਗੋਤਰ ਜਾਤੀ ਦਾ ਕਿ ਅਸੀਂ ਛਤਰੀ ਹਾਂ, ਅਸੀਂ ਇਸ ਗੋਤ ਦੇ ਹਾਂ, ਨਹੀਂ। ਧਨ ਦਾ, ਜਾਤੀ ਦਾ, ਤੇ ਜੋ ਗੁਰੂ ਨਾਨਕ ਸਾਹਿਬ ਦੇ ਨਾਲ ਸਮਾਨ ਸਨ ਇਹਨਾਂ ਚੀਜ਼ਾਂ, ਉਹਨਾਂ ਨਾਲ ਬਚਨ ਸੁਣਦੇ ਸੀ। ਜਿਨ ਕੀ ਰੁਚ ਨਾਨਾ। ਮਹਾਰਾਜ ਕੋਲ ਆ ਕੇ ਕਈ ਖੱਤਰੀ ਜਿਹੜੇ ਸੀ ਉਹ ਆ ਕੇ ਬੈਠ ਜਾਂਦੇ ਸੀ ਤੇ ਗੁਰੂ ਨਾਨਕ ਸਾਹਿਬ ਕੋਲੋਂ ਬਚਨ ਸੁਣਦੇ ਸੀ ਬੜੀ ਰੁਚੀ ਨਾਲ, ਪਿਆਰ ਨਾਲ। ਬੈਸੈ ਪਾਸ ਆਨ ਕਰ ਸੋ। ਉਹ ਬੰਦੇ ਆ ਕੇ ਬੈਠ ਜਾਂਦੇ ਗੁਰੂ ਨਾਨਕ ਸਾਹਿਬ ਕੋਲ। ਬਾਲਪਨੇ ਮੈਂ ਖੇਲਤ ਜੋ ਬਾਲਪਣੇ ਚ ਗੁਰੂ ਨਾਨਕ ਸਾਹਿਬ ਨਾਲ ਖੇਡਦੇ ਰਹੇ ਨੇ। ਉਦਾਸੀਨ ਤਿਨ ਸੋ ਤਬ ਐਸੇ। ਪਰ ਖਾਲਸਾ ਜੀ, ਜਿਨ੍ਹਾਂ ਨਾਲ ਬਚਪਨ ਚ ਖੇਡੇ ਸੀ, ਹੁਣ ਅੱਜ ਸਰਦ ਰੁੱਤ ਦਾ ਸਮਾਂ ਆਇਆ ਤੇ ਮਹਾਰਾਜ ਕੀ ਕਰ ਰਹੇ ਨੇ। ਕਹਿਣ ਦਾ ਮੈਂ ਪਿੱਛੇ ਜੋ ਦੱਸਿਆ ਵੀ ਸਭ ਕੁਝ ਕਰਦੇ ਹੁੰਦੇ ਸੀ, ਪਰ ਇੱਕ ਦਿਨ ਐਸਾ ਆਇਆ ਸਰਦ ਰੁੱਤ ਵਿੱਚ ਬਿਲਕੁਲ ਇਕਾਂਤ 'ਚ ਬੈਠੇ ਨੇ, ਕਿਸੇ ਨਾਲ ਬਚਨ ਨਹੀਂ ਕਰਦੇ। ਜਿਹੜੇ ਮਿੱਤਰ ਸੱਜਣ ਸੀ ਉਹਨਾਂ ਨਾਲ ਵੀ ਉਦਾਸੀਨ ਹੋ ਕੇ, ਉਦਾਸੀਨ ਦਾ ਮਤਲਬ ਹੁੰਦਾ, ਵੈਸੇ ਉਦਾਸੀਨ ਦੇ ਕਈ ਅਰਥ ਨੇ, ਉਤ ਆਸੀਨ, ਵੈਰਾਗ ਹੋ ਕੇ ਉਹਨਾਂ ਨਾਲ ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਬਿਨਾ ਚਿਨਾਰੀ ਮਿਲਹਿ ਜੈਸੇ। ਹਾਂ, ਏਦਾਂ ਉਹਨਾਂ ਨੂੰ ਮਿਲ ਰਹੇ ਸੀ ਜਿਵੇਂ ਜਾਣਦੇ ਹੀ ਨਾ ਹੋਣ, ਕਿਸੇ ਨਾਲ ਬੋਲਦੇ ਹੀ ਨਹੀਂ। ਤੇ ਆਪਾਂ ਜਿਵੇਂ ਆਖਦੇ ਤੇ ਇਦਾਂ ਕਰਦਾ ਜਿਵੇਂ ਜਾਣਦਾ ਹੀ ਨਾ ਹੋਵੇ। ਮਹਾਰਾਜ ਕਿਸੇ ਨੂੰ ਵੀ ਇਸ ਤਰ੍ਹਾਂ ਮਿਲ ਰਹੇ ਸੀ। ਅਸਬਿਦ ਦੇਖ ਮਾਤ ਮਨ ਚਿੰਤਾ। ਮਾਤਾ ਤ੍ਰਿਪਤਾ ਜੀ ਨੇ ਜਦੋਂ ਵੇਖਿਆ ਵੀ ਪਤਾ ਨਹੀਂ ਕੀ ਗੱਲ ਹੈ, ਸਾਰੇ ਸੱਜਣ ਮਿੱਤਰਾਂ ਨਾਲ ਬੋਲਣਾ ਬੰਦ ਕਰਤਾ, ਵੇਖ ਕੇ ਮਨ 'ਚ ਚਿੰਤਾ ਆਈ। ਗਈ ਨਿਕਟ ਜੈ ਹੁਤੇ ਇਕੰਤਾ। ਉੱਥੇ ਗਏ ਹਨ ਜਿੱਥੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਇਕਾਂਤ ਵਿੱਚ ਬੈਠੇ ਸੀ।
ਦਸ਼ਾ ਦੇਖ ਸੁਤ ਕੀ ਬਿਸਮਾਨੀ। ਆਪਣੇ ਪੁੱਤਰ ਦੀ ਸੰਗਤ ਜੀ ਦੁਨੀਆ 'ਚ ਬੰਦਾ ਬੜੇ ਦੁੱਖ ਸਹਾਰ ਸਕਦਾ, ਆਪਣੇ ਧੀਆਂ ਪੁੱਤਰ ਦੇ ਦੁੱਖ ਨਹੀਂ ਬੰਦਾ ਵੇਖ ਸਕਦਾ। ਇਸ ਦੁਨੀਆ 'ਚ ਸਭ ਤੋਂ ਔਖਿਆਈ ਕਠਿਨ ਵਸਤੂ ਬੰਦੇ ਦੇ ਜੀਵਨ ਦੀ, ਸਭ ਕੁਝ ਉਜੜ ਜੇ ਨਾ, ਬੰਦੇ ਨੂੰ ਓਡਾ ਪੀੜਾ ਦੁੱਖ ਨਹੀਂ ਮਹਿਸੂਸ ਹੁੰਦਾ ਜਿੰਨਾ ਧੀਆਂ ਪੁੱਤਰ ਦੇ ਦੁੱਖ ਦਾ ਹੁੰਦਾ। ਮੇਰਾ ਬੱਚਾ ਬਿਮਾਰ ਕਿਉਂ ਗਿਆ? ਮਾਂ ਪੁੱਤਰ ਵਾਸਤੇ ਬੱਚਿਆਂ ਦੇ ਸਮਾਨ, ਧੀਆਂ ਪੁੱਤਰ ਦੇ ਸਮਾਨ ਕੋਈ ਵਸਤੂ ਕੀਮਤੀ ਨਹੀਂ ਹੁੰਦੀ। ਸੋ ਇਹ ਹਾਲਾਤ ਮਾਤਾ ਤ੍ਰਿਪਤਾ ਜੀ ਨੇ ਜਦੋਂ ਦੇਖਿਆ, ਬੜੀ ਚਿੰਤਾ 'ਚ ਕਿ ਮੇਰੇ ਪੁੱਤਰ ਨੂੰ ਇਹੋ ਜਿਹਾ ਹਾਲ ਕਿਉਂ ਬਣ ਗਿਆ ਹੈ। ਬੋਲੀ ਮਹਾ ਪ੍ਰੀਤ ਮੈਂ ਬਾਨੀ। ਬੜੇ ਪਿਆਰ ਵਿੱਚ ਮਾਤਾ ਤ੍ਰਿਪਤਾ ਜੀ ਬੋਲੇ ਹਨ, ਸੁਨੋ ਤਾਤ ਚਿਤ ਬਾਤ ਵਿਚਾਰੋ। ਇਹ ਪੁੱਤਰ ਸੁਣੋ, ਮੇਰੀ ਗੱਲ ਜਰਾ ਧਿਆਨ ਨਾਲ ਵਿਚਾਰ ਲਵੋ। ਨਿਜ ਕਾਰਜ ਕੀਜੈ ਨਿਰਧਾਰੋ। ਆਪਣਾ ਕੰਮ ਨਿਰਣਾ ਕਰ ਲਿਆ ਕਰੋ, ਜੋ ਕਰਨਾ ਚਾਹੁੰਦੇ ਹੋ ਰੁਚੀ ਨਾਲ ਕਰੋ, ਖੁਸ਼ੀ ਨਾਲ ਕਰੋ ਕੁਛ ਨਾ ਕੁਛ। ਤੁਝ ਕਿਉਂ ਬਣਿਆ ਫਕੀਰਨ ਸੰਗਾ। ਇਹ ਪੁੱਤਰ ਫਕੀਰਾਂ ਨਾਲ ਥੋੜੀ ਬੈਠਾ ਰਹੇ, ਫਕੀਰਾਂ ਵਾਲਾ ਰੰਗ ਧਾਰਿਆ ਹੋਇਆ, ਯਾਨੀ ਉਹਨਾਂ ਵਾਂਗੂ ਚੁੱਪ ਰਹਿਣਾ, ਕਿਸੇ ਨਾਲ ਬੋਲਦਾ ਨਹੀਂ, ਉਦਾਸ ਰਹਿਣਾ, ਕਿਉਂ ਇਸ ਤਰ੍ਹਾਂ ਦਾ ਜੀਵਨ ਜਿਉਣਾ ਹੈ। ਗ੍ਰਹਿਸਥ ਕਾਜ ਕਰੀਏ ਸੋ ਉਮੰਗਾ। ਦੁਨਿਆਵੀ ਕੰਮ, ਗ੍ਰਸਤੀ ਵਾਲੇ ਸੰਸਾਰੀ ਕੰਮ ਉਮੰਗ ਨਾਲ ਕਰਿਆ, ਉਤਸ਼ਾਹ ਨਾਲ ਕਰਿਆ ਕਰ। ਆਪਣੇ ਜੀਵਨ ਦੇ ਕੰਮ ਬੜੇ ਉਤਸ਼ਾਹ ਨਾਲ ਕਰਨੇ ਚਾਹੀਦੇ ਨੇ। ਕਿਰਖੀ ਕਰਨ ਕੀ ਜੇ ਨਹਿ ਪ੍ਰੀਤੀ। ਠੀਕ ਹੈ, ਜੇ ਤੂੰ ਖੇਤੀ ਕਰਨ 'ਚ ਪ੍ਰੀਤ ਨਹੀਂ ਕਰਦਾ, ਤੇਰਾ ਧਿਆਨ ਖੇਤੀ ਵੱਲ ਨਹੀਂ ਹੈ, ਜੇ ਖੇਤੀ ਨਹੀਂ ਕਰਨਾ ਚਾਹੁੰਦਾ, ਬਨਜਹੁ ਬਨਜ ਸਿੱਖੋ ਅਸ ਰੀਤੀ। ਇਹ ਪੁੱਤਰ ਦੁਕਾਨਦਾਰੀ ਦਾ ਹੀ ਕੰਮ ਸਿੱਖ ਲੈ, ਕਿਵੇਂ ਕੰਮ ਚਲਾਉਣਾ ਹੈ, ਕਿਵੇਂ ਖਰਚਾ ਕੱਢਣਾ, ਕਿਵੇਂ ਦੁਕਾਨ ਦਾ ਖਰਚਾ ਕੱਢਣਾ, ਇਹ ਚੀਜ਼ਾਂ ਘਰ ਦੇ ਖਰਚੇ ਕੱਢਣੇ, ਵਪਾਰ ਕਰਨਾ, ਕੋਈ ਨਾ ਕੋਈ ਕੰਮ ਤਾਂ ਸਿੱਖ ਲਵੋ। ਕਰਹੁ ਕਾਰ ਕੋ ਹੋਏ ਸੁਚੇਤਾ। ਸੁਚੇਤ ਹੋ ਕੇ ਥੋੜਾ ਧਿਆਨ ਨਾਲ ਕੋਈ ਨਾ ਕੋਈ ਕੰਮ ਕਰੋ। ਖਰਚ ਸੰਭਾਰਹੁ ਆਪਨ ਨਿਕੇਤਾ। ਆਪਣੇ ਘਰ ਦਾ ਖਰਚਾ ਸਾਂਭਣਾ ਪੁੱਤਰਾਂ ਨੂੰ ਆਉਣਾ ਚਾਹੀਦਾ ਹੈ। ਕਾਰ ਉਪਾਏ ਜਬ ਦਰਬ ਉਪਾਵਹੁ। ਜਦੋਂ ਉਪਾਏ ਕਰੋਗੇ, ਯਤਨ ਕਰੋਗੇ, ਕੁਝ ਪੈਸਾ ਕਮਾਓਗੇ, ਭਲ ਬਿਦ ਸੰਚਹੁ ਨਿਜ ਘਰ ਲਿਆਵਹੁ। ਭਲੀ ਪ੍ਰਕਾਰ ਪੈਸਾ ਇਕੱਠਾ ਕਰੋ, ਫਿਰ ਆਪਣੇ ਘਰ ਵਿੱਚ ਲੈ ਕੇ ਆਓ। ਕੋ ਖਤਰੀ ਤਬ ਕਰੈ ਨਿਹਾਰੂ। ਇਹ ਪੁੱਤਰ ਫਿਰ ਕੋਈ ਚੰਗਾ ਖੱਤਰੀਆਂ ਦਾ ਪਰਿਵਾਰ ਵੇਖ ਵੀ ਲਵਾਂ। ਗੱਲ ਤਾਂ ਇੱਥੇ ਆਉਂਦੀ ਨਾ ਦੁਨੀਆ। ਦੇਖੋ ਖਾਲਸਾ ਜੀ, ਮਾਂ ਕੌਣ ਹੈ? ਮਾਂ ਹੈ ਸਾਡੀ ਬੁੱਧੀ। ਅਨੰਤ ਯੁੱਗਾਂ ਤੋਂ ਇੱਕ ਬੁੱਧੀ ਨੇ ਹੀ ਅੰਦਰ ਇਹੀ ਗੱਲ ਸਮਝਾਈ ਹੈ, ਪੈਸਾ ਕਮਾ ਲਓ, ਕੰਮ ਕਰ ਸਿੱਖ ਲਓ, ਪੈਸਾ ਕਮਾ ਲਓ, ਪੈਸਾ ਕਮਾ ਕੇ ਚੰਗਾ ਪਰਿਵਾਰ ਵੇਖ ਲਓ, ਘਰ-ਬਾਰ, ਕੰਮਕਾਰ, ਧੀਆਂ ਪੁੱਤਰ, ਇਹੀ ਸਾਨੂੰ ਸਿਖਾਇਆ ਜਾ ਰਿਹਾ। ਮਾਤਾ ਤ੍ਰਿਪਤਾ ਜੀ ਵੀ ਸੰਸਾਰੀ ਰੀਤੀ ਨੂੰ ਸਮਝਾ ਰਹੇ ਸਨ ਤੇ ਬਿਲਕੁਲ ਸਹੀ ਤਰੀਕੇ ਨਾਲ ਸੀ। ਆਪਾਂ ਇਹੀ ਚਾਹੁੰਦੇ ਹਾਂ ਕਿ ਸਾਡਾ ਬੱਚਾ, ਦੇਖੋ ਗੁਰੂ ਨਾਨਕ ਸਾਹਿਬ ਦੇ ਬਾਰੇ ਇਹ ਗੱਲ ਮੰਨਦੇ ਆਪਾਂ, ਗੁਰੂ ਨਾਨਕ ਸਾਹਿਬ ਨੂੰ, ਜੇ ਰੱਬ ਨਾ ਚਾਹੇ ਸਾਡੇ ਘਰ ਇੱਕ ਪੁੱਤਰ ਹੋਵੇ ਤੇ ਉਹ ਵੀ ਆਖੇ ਕਿ ਮੈਂ ਤਾਂ ਕੰਮ ਕਾਰ ਨਹੀਂ ਕਰਨਾ, ਮੈਂ ਸਿਰਫ ਨਾਮ ਜਪਣਾ, ਉਹ ਅਵਸਥਾ ਸ਼ਾਇਦ ਅਸੀਂ ਕੋਈ ਵੀ ਸਵੀਕਾਰ ਨਹੀਂ ਕਰਦੇ, ਕਿਉਂਕਿ ਦੁਨੀਆ ਨੂੰ ਆਪਾਂ ਨੂੰ ਪੁੱਤਰ ਨਹੀਂ, ਪੁੱਤਰਾਂ ਵਿੱਚੋਂ ਦਿਖ ਰਹੇ ਸੁੱਖ ਚਾਹੀਦਾ। ਜੇ ਪੁੱਤਰ ਕੰਮ ਨਾ ਕਰੇ, ਸੁੱਖ ਨਾ ਦੇਵੇ, ਆਗਿਆ ਨਾ ਮੰਨੇ, ਤਾਂ ਪੁੱਤਰ ਥੋੜੀ ਉਹ ਤਾਂ ਜਿਵੇਂ ਹਰਨਾਕਸ਼ ਨੂੰ ਪ੍ਰਹਿਲਾਦ ਨਹੀਂ ਸੀ ਚੰਗਾ ਲੱਗਦਾ, ਇਹ ਕੁਦਰਤ ਹੈ। ਸੋ ਇਸ ਤਰ੍ਹਾਂ ਦੇ ਭਾਵ ਨੂੰ ਮਾਤਾ ਤ੍ਰਿਪਤਾ ਜੀ ਪੁੱਤਰ ਨੂੰ ਸਮਝਾਉਂਦੇ ਹੀ ਹਨ ਕਿ ਪੁੱਤਰ ਕੋਈ ਨਾ ਕੋਈ ਕੰਮ ਤਾਂ ਕਰੋ, ਚੰਗਾ ਘਰ ਵੇਖ ਜਾਏਗਾ, ਚੰਗਾ ਘਰ ਵੇਖ ਕੇ ਫਿਰ ਤੁਹਾਡੇ ਨਾਲ ਰਿਸ਼ਤਾ ਵੀ ਹੋ ਜਾਏਗਾ। ਲਖੈ ਕਮਾਊ ਹੈ ਪਰਵਾਰੂ। ਕੋਈ ਖੱਤਰੀ ਵੇਖੇਗਾ ਤੇ ਆਖੇਗਾ ਇਹ ਤਾਂ ਕਮਾਊ ਪਰਿਵਾਰ ਹੈ, ਕਮਾਊ ਪੁੱਤਰ ਹੈ। ਨਿਜ ਤਨਿਆ ਤੁਝ ਦੇ ਵਿਵਾਹੀ। ਫਿਰ ਇੱਕ ਆਪਣੀ ਬੇਟੀ ਤੇਰੇ ਨਾਲ ਵਿਵਾਹ ਵੀ ਦੇਗਾ। ਸੁਜਸ ਹੋਏ ਸਭ ਲੋਕਨ ਮਾਹੀ। ਦੁਨੀਆ ਸਗੋਂ ਜਸ ਹੋਏਗਾ ਵੀ ਫਲਾਣੇ ਬੰਦੇ ਦੀ ਇੰਨੀ ਕਮਾਈ ਸੀ ਕਿ ਚੰਗੇ ਖਾਨਦਾਨ ਵਿੱਚ ਵਿਆਹ ਹੋਇਆ,
ਚੰਗਾ ਜਸ ਹੋਵੇਗਾ। ਹੇ ਪੁੱਤਰ, ਅਬ ਕਾਜਨ ਤੇ ਲਖੈ ਉਦਾਸੂ, ਜੇ ਹੁਣ ਤੂੰ ਆਪਣੇ ਕੰਮਾਂ ਤੋਂ ਉਦਾਸ ਰਵੇਂਗਾ, ਮਿਲ ਕਰ ਮਨੁਜ ਕਰੈ ਉਪਹਾਸੂ, ਲੋਕੀ ਮਿਲਣਗੇ, ਇਕੱਠੇ ਹੋਣਗੇ, ਤੇਰੇ ਤੇ ਹਾਸਾ ਕਰਿਆ ਕਰਨਗੇ। ਕਹੈ ਨਿਲਾਇਕ ਤਿਨ ਕੋ ਤਾਤਾ, ਕਹਿਣਗੇ ਕਾਲੂ ਪਟਵਾਰੀ ਦਾ ਪੁੱਤਰ ਤਾਂ ਨਲਾਇਕ ਹੈ। ਇਸਦਾਂ ਦੇ ਬਚਨ ਹੈ ਪੁੱਤਰ ਸਾਨੂੰ ਸਹਿਣੇ ਪੈਣਗੇ। ਕਛੂ ਨਾ ਕ੍ਰਿਤ ਕਰਨ ਕੀ ਗਿਆਤਾ, ਸਭ ਕਹਿਣਗੇ ਵੀ ਕੋਈ ਕੰਮ ਕਰਨ ਦਾ ਗਿਆਨ ਹੀ ਨਹੀਂ, ਕੋਈ ਅਕਲ ਹੀ ਨਹੀਂ, ਸਮਝ ਨਹੀਂ ਹੈ ਕਿ ਕੰਮਕਾਰ ਕਿਵੇਂ ਕਰੀਦਾ। ਇਹ ਪੁੱਤਰ ਮਾਂ ਪਿਓ ਵਾਸਤੇ ਵੱਡਾ ਦੁੱਖ। ਇੱਕ ਬੜਾ ਸੋਹਣਾ ਬਚਨ ਕਵੀ ਜੀ ਨੇ ਲਿਖਿਆ ਹੈ, ਕਹਿੰਦੇ ਬਹੁ ਗੁਣੀ ਅਲਾਭ ਹੈ, ਸੁਤ ਨਾ ਪੜਾਵ ਹੈ, ਸੋ ਸ਼ਤਰੂ ਸਮਤਾਤ। ਬੜਾ ਗੁਣਵਾਨ ਖਵਾਵੇ, ਆਪਣੇ ਧੀਆਂ ਪੁੱਤਰ ਨੂੰ ਵਿਦਿਆ ਨਾ ਦੇ ਸਕੇ, ਪੜ੍ਹਾ ਨਾ ਸਕੇ। ਪੜ੍ਹਾਉਣਾ ਇਹ ਨਹੀਂ ਹੈ ਕਿ ਤੁਸੀਂ ਚੰਗੇ ਸਕੂਲ ਵਿੱਚ ਪਾ ਦਿੱਤਾ, ਕਾਲਜ ਵਿੱਚ ਪਾ ਦਿੱਤਾ ਤੇ ਸਮਝੋ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ, ਨਹੀਂ। ਬੱਚੇ ਨੂੰ ਵਿਦਿਆ ਬਾਰ-ਬਾਰ ਉਹਦੇ ਅਨੁਸਾਰ ਰਹਿ ਕੇ ਦੇਖਣਾ ਚਾਹੀਦਾ ਕਿ ਬੱਚਾ ਕਿੰਨੀ ਕੁ ਵਿਦਿਆ ਲੈ ਰਿਹਾ। ਉਸਦੇ ਜੀਵਨ ਨੂੰ ਵੇਖੋ, ਪਰਖੋ। ਪੜ੍ਹਾਈ, ਸਕੂਲ, ਵਿਦਿਆਲਾ ਇੱਕ ਅੰਗ ਹੁੰਦਾ ਹੈ। ਅਸਲ ਵਿਦਿਆ ਜਿਹੜੀ ਹੈ ਉਹ ਮਾਂ ਪਿਓ ਦੇ ਸਕਦਾ। ਮਾਂ ਪਿਓ ਤੋਂ ਬਿਨਾਂ ਵਿਦਿਆ ਜਿਹੜੀ ਹੈ ਸਕੂਲਾਂ ਵਿੱਚ ਬਹੁਤ ਐਸੇ ਬੱਚੇ ਨੇ, ਹੁਣ ਉਸੇ ਸਕੂਲ 'ਚ ਨਲਾਇਕ ਬੱਚੇ ਵੀ ਹੁੰਦੇ, ਉਸੇ ਸਕੂਲ 'ਚ ਹੁਸ਼ਿਆਰ ਬੱਚੇ ਵੀ ਹੁੰਦੇ। ਮਾਂ ਪਿਓ ਕਿੱਦਾਂ ਦਾ ਜੀਵਨ ਜਿਉਂਦਾ ਉਹ ਬੱਚਿਆਂ ਦੇ ਜੀਵਨ ਤੇ ਨਿਰਭਰ ਕਰਦਾ, ਉਹਨਾਂ ਦੀ ਵਿਦਿਆ ਤੇ, ਕਿ ਉਹ ਬੱਚੇ ਕੀ ਪੜ੍ਹਨਾ ਚਾਹੁੰਦੇ ਨੇ, ਕੀ ਉਹਨਾਂ ਦੀ ਰੁਚੀ ਬਣਦੀ। ਸੋ ਮਾਂ ਪਿਓ ਦਾ ਫਰਜ਼ ਬਣਦਾ ਬਹੁ ਗੁਣੀ ਅਲਾਵ ਹੈ, ਬੜਾ ਗੁਣਵਾਨ ਹੋਵੇ, ਸੁੱਤ ਨਾ ਪੜਾਵੇ, ਪੁੱਤਰਾਂ ਨੂੰ ਨਾ ਪੜਾਵੇ, ਉਹ ਪਿਓ ਥੋੜੀ ਹੈ। ਸੋ ਸ਼ਤਰੂ ਸਮਤਾਤ, ਉਹ ਤਾਂ ਪਿਓ ਦੁਸ਼ਮਣ ਦੇ ਸਮਾਨ। ਵਿਦਿਆ ਕਿੰਨੀ ਜ਼ਰੂਰੀ ਹੈ। ਇਹ ਪੁੱਤਰ ਲੋਕੀ ਸਾਨੂੰ ਕਹਿਣਗੇ, ਗਾਲਾਂ ਕੱਢਣਗੇ ਕਿ ਨਾ ਕੁਛ ਪੜ੍ਹਾਇਆ, ਨਾ ਕੋਈ ਕੰਮਕਾਰ ਸਿਖਾਇਆ ਹੈ। ਲਖੈ ਧਾਰੀਦੀ ਕੋ ਮਤਹੀਨਾ, ਸਭ ਕਹਿਣਗੇ ਕਿ ਬੜਾ ਗਰੀਬ ਹੈ, ਮਤਹੀਣਾ ਹੈ, ਸਮਝ ਨਹੀਂ ਹੈ ਪੜ੍ਹਨ ਦੀ। ਕੋ ਭਾਖੈ ਇਹ ਬਲ ਤੇ ਛੀਨਾ, ਕਈ ਆਖਣਗੇ ਕਿ ਇਹ ਬਲ ਤੋਂ ਕਮਜ਼ੋਰ ਹੈ। ਬਜਰ ਸਮਾਨ ਬਚਨ ਉਪਹਾਸੂ, ਲੋਕਾਂ ਦੇ ਹਾਸੇ ਮਖੌਲ ਮਾਂ ਪਿਓ ਵਾਸਤੇ ਏਦਾਂ ਹੁੰਦੇ ਜਿਵੇਂ ਬੱਜਰ ਵੱਜੇ। ਬੱਜਰ ਇੱਕ ਸ਼ਸਤਰ ਦਾ ਨਾਮ ਵੀ ਹੈ, ਜੋ ਇੰਦਰ ਦਾ ਅਸਤਰ ਹੈ, ਜੋ ਪੱਥਰ ਨੂੰ ਵੀ ਤੋੜ ਦਿੰਦਾ। ਸੋ ਬੜਾ ਵੱਡਾ ਦੁੱਖ ਲੱਗਦਾ ਹੈ। ਕਹੈ ਸ਼ਰੀਕ ਈਰਖਾ ਜਾਸੂ, ਜਿਹੜੇ ਸ਼ਰੀਕ ਨੇ ਉਹ ਈਰਖਾ ਵਾਲੀ ਗੱਲਾਂ ਜਦੋਂ ਕਰਦੇ ਨੇ, ਹਮ ਉਰ ਜਰੇ ਜਾਏ ਸੋ ਕੈਸੇ, ਸਾਡੇ ਕੋਲੋਂ ਇਹ ਗੱਲਾਂ ਕਿਵੇਂ ਸਹਾਰੀਆਂ ਜਾਣਗੀਆਂ। ਹੇ ਪੁੱਤਰ, ਦੁਖੈ ਬਦਰ ਢਿਗ ਰੰਬਾ ਜੈਸੇ, ਕਹਿੰਦੇ ਜਿਵੇਂ ਦੁੱਖ ਹੈ ਬਦਰ ਢਿਗ ਰੰਬਾ ਜੈਸੇ, ਜਿਵੇਂ ਬਦਰ ਬੇਰੀ ਦੇ ਕੋਲ ਕੇਲੇ ਦੇ ਪੱਤੇ ਹੋਣ, ਬੇਰੀ ਦਾ ਸੁਭਾਅ ਕੰਡਿਆਂ ਵਾਲਾ, ਤੇ ਉਹ ਪੱਤੇ ਕੋਮਲ ਹਨ। ਉਹ ਜਦੋਂ ਮਾੜੀ ਜਿਹੀ ਹਵਾ ਆਵੇਗੀ, ਬੇਰੀ ਵੀ ਹਿੱਲੇਗੀ, ਕੇਲੇ ਦੇ ਪੱਤੇ ਵੀ ਹਿੱਲਣਗੇ, ਤੇ ਹੋਏਗਾ ਕੀ, ਪਾੜਨਗੇ। ਉਹ ਕੰਡਿਆਂ ਸਮਾਨ ਜਿਹੜੇ ਬਚਨ ਨੇ, ਉਹ ਸਾਡੇ ਜੀਵਨ ਨੂੰ ਏਦਾਂ ਦੁਖਾਉਂਦੇ ਨੇ ਜਿਵੇਂ ਬੇਰੀ ਕੇਲੇ ਦੇ ਪੱਤਿਆਂ ਨੂੰ ਦੁਖੀ ਕਰਦੀ ਹੈ। ਸੰਗਤ ਤਜਹੁ ਫਕੀਰਨ ਕੇਰੀ, ਹਾਂ, ਸਿੱਧੇ ਜਿਹੇ ਅਰਥ ਬੜੇ ਸਰਲ ਰੂਪ ਚ ਭਾਈ ਸਾਹਿਬ ਦੱਸਦੇ। ਮਾਤਾ ਕਹਿੰਦੀ ਪੁੱਤਰ ਛੱਡ ਦੇ ਨਾ, ਕੀ ਲੈਣਾ ਇਹਨਾਂ ਫਕੀਰਾਂ ਦੀਆਂ ਗੱਲਾਂ ਵਿੱਚ ਬੈਠ ਕੇ, ਇਹ ਬੁੱਢੇ ਵੇਲੇ ਦੀਆਂ ਗੱਲਾਂ ਨੇ। ਤੂੰ ਆਪਣਾ ਵਿਵਹਾਰ ਜਿਹੜਾ ਹੈ ਕੰਮਕਾਰ ਵਿੱਚ ਧਿਆਨ ਦੇ, ਕੁਛ ਨਾ ਕੁਛ ਸਿੱਖ ਲੈ। ਪੰਕਤ ਬੈਸ ਹੋ ਗਿਆ ਤਿਨ ਹੇਰੀ, ਚੰਗੇ ਸਿਆਣੇ ਬੰਦਿਆਂ ਦੀਆਂ ਗੱਲਾਂ ਵਿੱਚ, ਜਿਹੜੇ ਚੰਗੇ ਕੰਮਕਾਰ ਚ ਸਿਆਣੇ। ਦੁਨੀਆ ਦੀ ਸਿਆਣਪ ਵਿਦਿਆ ਜਿਹੜੀ ਹੈ ਉਹ ਕੰਮਾਕਾਰਾਂ ਤੋਂ ਵੇਖਦੇ। ਸਿਆਣੇ ਪੜ੍ਹੇ ਲਿਖਿਆਂ ਦੀ, ਕੰਮਾਕਾਰ ਵਾਲਿਆਂ ਦੇ ਬੰਦਿਆਂ ਚ ਬੈਠਿਆ ਕਰ। ਜਿਉ ਨਿਜ ਨਿਜ ਕਰਹੀ ਸੋ ਕਾਜਾ, ਜੋ ਬੰਦੇ ਆਪਣਾ ਆਪਣਾ ਕੰਮ ਕਰਦੇ ਹਨ, ਤਿਉ ਤੁਮ ਕਰਹੁ ਤਾਤ ਲਖ ਲਾਜਾ। ਆਪਣੇ ਪਿਓ ਦੀ ਲਾਜ ਰੱਖ। ਮਾਵਾਂ ਹਮੇਸ਼ਾ ਇਹ ਕਹਿੰਦੀਆਂ ਪੁੱਤਰ ਵੇਖੀ ਪਿਤਾ ਦੀ ਪੱਗ ਦਾ ਧਿਆਨ ਰੱਖੀ, ਤੇਰੇ ਪਿਤਾ ਦਾ ਮਾਣ ਹੈ, ਪਟਵਾਰੀ ਹਨ ਇੰਨੇ ਵੱਡੇ, ਤੂੰ ਉਹਨਾਂ ਦੀ ਲਾਜ ਰੱਖ ਕੇ ਚੰਗਾ ਕੰਮ ਕਰ। ਸੁਨੇ ਸਬੈ ਬਚ ਜੇ ਕਹਿ ਮਾਤਾ, ਸੁਨੇ ਸਭ, ਸਾਰੇ ਬਚਨ ਸੁਣੇ ਮਹਾਰਾਜ ਨੇ, ਕਿਉਂਕਿ ਮਾਵਾਂ ਦਾ ਬਚਨ, ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੋਂ ਬਾਅਦ ਆਏ ਨਾ, ਉਦੋਂ ਵੀ ਸੰਗਤ ਜੀ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਕਿਉਂਕਿ ਕੋਈ ਵੀ ਵਿਦਵਾਨ, ਕੋਈ ਵੀ ਪੁਰਸ਼ ਹੈ, ਰਾਜਾ ਵੀ ਕਿਉਂ ਨਾ ਹੋਵੇ, ਆਪਣੀ ਮਾਤਾ ਤੋਂ ਬਿਨਾਂ ਕੁਛ ਵੀ ਨਹੀਂ ਹੈ ਨਾ। ਮਾਤ ਪਿਤਾ ਗੁਰ ਕੀ ਭਗਤ, ਮਨ ਨਿਰਵਿਦ ਹੈ ਧਾਰ। ਜਿਹੜਾ ਪੁਰਖ ਇਸਤਰੀ ਕੋਈ ਵੀ
ਆਪਣੇ ਮਾਤਾ ਪਿਤਾ ਦੇ ਕਹੇ ਹੋਏ ਬਚਨ ਨੂੰ ਸਹਾਰ ਜਾਵੇ। ਭਾਵੇਂ ਮਾਤਾ ਪਿਤਾ ਦਾ ਸੁਭਾਅ ਕੌੜਾ ਵੀ ਕਿਉਂ ਨਾ ਹੋਵੇ, ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਤੋਂ ਚਪੇੜਾਂ ਵੀ ਖਾਈਆਂ ਮੁਖ ਤੇ, ਪਰ ਕਦੇ ਕੋਈ ਇਸ ਨੂੰ ਮਾੜਾ ਥੋੜੀ ਜਾਣਿਆ। ਦੇਖੋ, ਭਾਵੇਂ ਪਿਤਾ ਜੀ ਦਾ ਸੁਭਾਅ ਬੜਾ ਕਰੜਾ ਸੀ, ਕਈ ਵਾਰੀ ਇਤਿਹਾਸ ਜ਼ਿਕਰ ਆਉਂਦਾ, ਪਰ ਫਿਰ ਵੀ ਆਗਿਆ ਮੰਨਣੀ, ਆਪਣੇ ਮਾਤਾ ਪਿਤਾ ਦਾ ਬਚਨ। ਗੁਰੂ ਨਾਨਕ ਸਾਹਿਬ ਮਾਤਾ ਦੇ ਬਚਨ ਸੁਣ ਕੇ ਸਾਰੇ ਚੇਤਨਾ ਲੱਗਿਆ ਕੋ ਬਾਤਾ, ਆਪਣੇ ਮਨ ਵਿੱਚ ਕੋਈ ਗੱਲ ਲੱਗੀ ਨਾ, ਖੁੱਭੀ ਨਹੀਂ ਹੈ। ਪੁਨ ਪੜ ਰਹੇ ਪਾਏ ਮੁਖ ਬਸਨਾ, ਫਿਰ ਮਹਾਰਾਜ ਆਪਣੇ ਮੂੰਹ ਤੇ ਬਸਤਰ ਲਿਆ ਤੇ ਆਰਾਮ ਨਾਲ ਪੌੜ ਗਏ, ਲੰਮੇ ਪੈ ਗਏ। ਤੂਸ਼ਨ ਭਏ ਸੋ ਬੋਲੇ ਕਸਨਾ, ਕੁਛ ਵੀ ਨਾ ਬੋਲੇ, ਚੁੱਪ ਕਰ ਗਏ। ਪਰਾ ਭਗਤ ਮੈਂ ਭਗਤ ਦਸ਼ਾਸੀ। ਖਾਲਸਾ ਜੀ, ਇਹ ਜਿਹੜੀ ਪਰਾ ਭਗਤੀ ਹੈ, ਜਿੱਥੇ ਅਹੰਪੁਣਾ ਖਤਮ ਹੋ ਜਾਂਦਾ, ਮੈਂ ਤੇ ਮੇਰੀਆਂ ਚੀਜ਼ਾਂ, ਉਸ ਅਵਸਥਾ ਵਿੱਚ ਪਰਾ ਭਗਤੀ ਵਿੱਚ ਗੁਰੂ ਨਾਨਕ ਸਾਹਿਬ ਰੁਕੇ ਟਿਕੇ ਹੋਏ ਸੀ। ਭਗਤੀ ਦੇ ਵਿੱਚ ਬਿਰਤੀ ਜੁੜੀ ਹੋਈ ਸੀ। ਤਸ ਬਿਦ ਕੀਨੀ ਸ਼੍ਰੀ ਸੁਖ ਰਾਸੀ, ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦੇ ਚਿੰਤਨ ਵਿੱਚ ਬਿਨਾਂ ਕੁਝ ਬੋਲਿਆ ਵੈਰਾਗ ਰੂਪ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮਨ ਜੋੜਿਆ ਹੋਇਆ ਹੈ। ਰੈਨ ਦਿਵਸ ਪਰ ਰਹਿ ਨਿਕੇਤਾ, ਦਿਨ ਰਾਤ ਆਪਣੇ ਘਰ 'ਚ ਬੈਠੇ ਪਰਮੇਸ਼ਰ ਦਾ ਚਿੰਤਨ ਕਰਦੇ ਹਨ। ਵਿਚਰ ਨਾ ਬੋਲੇ ਕਬੈ ਸੁਚੇਤਾ, ਕਿਸੇ ਨਾਲ ਬੜੀ ਸੁਚੇਤੀ ਨਾਲ ਬੋਲਦੇ ਨਹੀਂ, ਨਾ ਕਿਸੇ ਨਾਲ ਗੱਲਬਾਤ ਕਰਦੇ, ਵਿਚਰਦੇ ਵੀ ਨਹੀਂ, ਕਿਧਰੇ ਆਉਂਦੇ ਜਾਂਦੇ ਨਹੀਂ। ਪੇ ਉਨਮਤ ਨਿਮਗਨ ਆਨੰਦਾ, ਇੰਨੇ ਉਨਮਸਤ ਹੋਏ ਆਪਣੇ ਆਨੰਦ ਵਿੱਚ, ਭਜਨ ਵਿੱਚ ਹੀ ਮਗਨ ਰਹਿੰਦੇ ਹਨ। ਸਰੁਜ ਲਖੈ ਨਰ ਤਨ ਸੁਖ ਕੰਦਾ, ਦੁਨੀਆ ਨੇ ਵੇਖ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਾਲੂ ਦਾ ਪੁੱਤਰ ਅੱਜ ਬਿਮਾਰ ਹੋ ਗਿਆ, ਪਹਿਲਾਂ ਬੜਾ ਸੁਖੀ ਸੀ ਪਰ ਹੁਣ ਬਿਮਾਰ ਹੈ। ਖਾਨ ਪਾਨ ਨਹਿ ਰੁਚ ਸੋ ਕਰਹੀ, ਖਾਣਾ ਪੀਣਾ ਵੀ ਰੁਚੀ ਨਾਲ ਨਹੀਂ ਕਰਦਾ ਹੈ ਨਾਨਕ। ਸ਼ਾਂਤ ਬ੍ਰਿਤ ਮੁਖ ਤੂਸ਼ਨ ਧਰਹੀ, ਚੁੱਪਚਾਪ ਸ਼ਾਂਤ ਬਿਰਤੀ ਨਾਲ ਬੈਠੇ ਰਹਿੰਦੇ ਨੇ। ਮਾਤ ਆਨ ਬਹੁ ਕਰ ਕਰ ਹੇਥੂ, ਮਾਤਾ ਜੀ ਆਉਂਦੇ ਨੇ, ਦੇਖੋ ਪਿਓ ਭਾਵੇਂ ਗਾਲ ਕੱਢਦੇ, ਗੁੱਸਾ ਕਰ ਜਾਏ, ਮਾਵਾਂ ਆ ਕੇ ਕਹਿੰਦੀਆਂ ਨਹੀਂ, ਹਜੇ ਮੇਰਾ ਪੁੱਤਰ। ਜਿੰਨਾ ਮਰਜੀ ਸੰਗਤ ਜੀ, ਜਿਹੜੇ ਸੰਸਾਰ 'ਚ ਤਾਂ ਚਲੋ ਮਹਾਰਾਜ ਦੀ ਭਗਤੀ ਦੀ ਖੇਡ, ਜਿਹੜੇ ਪੁੱਤਰ ਮਾੜੇ ਵੀ ਹੋ ਜਾਂਦੇ ਨੇ, ਮਾਵਾਂ ਐਡਾ ਵੱਡਾ ਰੱਬ ਤੋਂ ਵੱਡਾ ਦਰਜਾ ਹੈ ਕਿ ਫਿਰ ਉਹ ਆਖਦੀਆਂ ਨਹੀਂ, ਮੇਰਾ ਪੁੱਤਰ ਠੀਕ ਹੈ, ਮੈਂ ਜਾਣਦੀ ਹਜੇ ਗਲਤੀ ਕਰ ਰਿਹਾ, ਪਰ ਠੀਕ ਹੋ ਜਾਏਗਾ। ਉਮੀਦ ਰਹਿੰਦੀ ਨਾ ਮਾਂ ਨੂੰ। ਇਹੀ ਮਾਂ ਦੀ ਮਮਤਾ ਹੈ। ਮਾਤਾ ਤ੍ਰਿਪਤਾ ਜੀ ਬੜੇ ਪ੍ਰੇਮ ਨਾਲ ਆ ਕੇ ਬੈਠਦੇ ਨੇ, ਅਸਨ ਖੁਆਵੈ ਮਧੁਰ ਸੁਮੇਤੂ, ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੇ ਹਨ। ਦੁਰਬਲ ਭਾ ਤਵ ਤਾਤ ਸ਼ਰੀਰਾ, ਮੇਰੇ ਪੁੱਤਰ ਦਾ ਸਰੀਰ ਬੜਾ ਕਮਜ਼ੋਰ ਹੋ ਚੁੱਕਾ ਹੈ, ਕਿਉ ਨਾ ਕਹੋ ਨਿਜ ਰੁਜ ਕੀ ਪੀਰਾ। ਇਹ ਪੁੱਤਰ ਕਿਉਂ ਨਹੀਂ ਆਪਣੇ ਰੋਗ ਦੀ, ਅੰਦਰ ਦੁੱਖ ਦੀ ਪੀੜਾ ਕਿਉਂ ਨਹੀਂ ਦੱਸਦਾ ਕਿ ਤੈਨੂੰ ਕੀ ਦੁੱਖ ਹੈ। ਆਨਨ ਪੀਤ ਅਚੰਚਲ ਅੰਗਾ, ਤੇਰਾ ਰੰਗ ਪੀਲਾ ਪੈ ਗਿਆ ਹੈ, ਨਾ ਕੋਈ ਗੱਲ ਕਰਦਾ, ਨਾ ਹਿਲਦਾ, ਬਿਲਕੁਲ ਅਚੰਚਲ ਟਿਕ ਕੇ ਬੈਠਾ ਹੋਇਆ ਹੈ। ਬਿਕਸ ਨਾ ਬੋਲੋ ਸੰਗ ਉਮੰਗਾ, ਕਿਸੇ ਨਾਲ ਉਮੰਗ ਨਾਲ, ਉਤਸ਼ਾਹ ਨਾਲ, ਹੱਸ ਕੇ ਬੋਲਦਾ ਹੀ ਨਹੀਂ। ਕਿਉਂਕਿ ਕਿਸੇ ਨਾਲ ਆਪਾਂ ਗੱਲ ਕਰਦੇ ਹਾਂ, ਕਿਸੇ ਉਮੰਗ ਨਾਲ, ਉਤਸ਼ਾਹ ਨਾਲ ਕਰਦੇ ਹਾਂ। ਪੁੱਤਰ ਕਿਸੇ ਨਾਲ ਗੱਲਬਾਤ ਤਾਂ ਕਰਿਆ ਕਰਨਾ ਉਤਸ਼ਾਹ ਨਾਲ। ਨਿਜ ਸੰਗੀ ਕੇ ਸੰਗਮ ਮਾਹੀ, ਆਪਣੇ ਸੰਗੀਆਂ ਦੇ ਸੰਗਮ ਵਿੱਚੋਂ, ਉਹਨਾਂ ਦੇ ਨਾਲ ਮਿਲ ਕੇ ਵਿਚਰਤ ਕਿਉ ਤੁਮ ਨਾਹੀ। ਜਿਹੜੇ ਤੇਰੇ ਸੰਗੀ ਸਾਥੀ ਸੀ, ਉਹਨਾਂ ਨਾਲ ਮਿਲ ਕੇ ਕਿਉਂ ਨਹੀਂ ਵਿਚਰਦਾ। ਬਾਸੁਰ ਨਿਸਾ ਇਕਾਂਤ ਨਿਕੇਤੂ, ਦਿਨ ਰਾਤ ਆਪਣੇ ਘਰ ਵਿੱਚ ਇਕਾਂਤ ਰਹਿਣਾ ਹੈ। ਪਰੇ ਰਹੋ ਕਿਉ ਕਰਤ ਨਾ ਹੇਤੂ, ਕਿਉਂ ਨਹੀਂ ਉਹਨਾਂ ਨਾਲ ਪਿਆਰ ਕਰਦਾ, ਗੱਲਬਾਤ ਨਹੀਂ ਕਰਦਾ, ਇੱਥੇ ਪਿਆ ਰਹਿਣਾ ਹੈ। ਰੁਚ ਸੋ ਅਸਨ ਕਰਤ ਨਹਿ ਖਾਨਾ, ਮਾਤਾ ਕਈ ਵਾਰੀ ਆਉਂਦੀ ਹੈ, ਫਿਰ ਸਮਝਾਉਂਦੀ ਹੈ, ਹੇ ਪੁੱਤਰ ਲੋਕੀ ਵੀ ਇਹ ਕਹਿ ਰਹੇ ਨੇ, ਮੈਂ ਕੀ ਕਰਾਂ। ਸਾਰੇ ਦੁੱਖ ਕਹਿੰਦੇ, ਹੇ ਪੁੱਤਰ ਰੁਚੀ ਨਾਲ ਕਿਉਂ ਨਹੀਂ ਖਾਂਦਾ। ਕਿਦੋਂ ਉਦਰ ਰੁਜ ਕੋ ਬਲਵਾਨਾ, ਕਿਧਰੇ ਪੇਟ ਤਾਂ ਨਹੀਂ ਕਮਜ਼ੋਰ, ਕਿਉਂਕਿ ਪੇਟ ਅੰਦਰੋਂ ਬਲਵਾਨ ਨਾ ਹੋਵੇ, ਕਮਜ਼ੋਰ ਹੋਵੇ, ਤਾਂ ਵੀ ਨਹੀਂ ਬੱਚੇ ਖਾਂਦੇ। ਹੇ ਪੁੱਤਰ ਕਿਉਂ ਨਹੀਂ ਖਾਂਦਾ। ਮੋਹਰ ਮੂੰਹ ਜਨਨੀ ਇਵ ਭਾਖੀ, ਏਦਾਂ ਸਾਹਮਣੇ ਜਦੋਂ ਮਾਤਾ ਨੇ ਆਖਿਆ, ਸੁਤ ਉਪਚਾਰ ਕਰਨ ਅਭਿਲਾਖੀ, ਸੋਚਿਆ ਵੀ ਠੀਕ, ਕੀ ਪਤਾ ਕੋਈ ਰੋਗ ਹੀ ਨਾ ਹੋਵੇ, ਆਪਣੇ ਪੁੱਤਰ ਦਾ ਇਲਾਜ ਹੀ ਕਰਾ ਲਵਾਂ। ਮਨ ਹੀ ਮਨੈ ਮਨਾਵ ਮਹੇਸ਼ਾ, ਮਨੋ ਮਨੀ, ਕਿਉਂਕਿ ਸ਼ਿਵ ਭਗਵਾਨ ਦਾ ਚਿੰਤਨ ਕਰ ਰਹੇ ਸੀ। ਹੇ ਭਗਵਾਨ,
ਕਿ ਮੇਰਾ ਪੁੱਤਰ ਠੀਕ ਹੋ ਜਾਏ, ਮੇਰਾ ਪੁੱਤਰ ਸੰਤਾਨ ਇਹਦੇ ਉੱਤੇ ਕਿਰਪਾ ਕਰੋ, ਮੇਰਾ ਪੁੱਤਰ ਠੀਕ ਹੋ ਜਾਏ। ਮਨੋ ਮਨੀ ਭਗਵਾਨ ਦਾ ਚਿੰਤਨ ਕੀਤਾ ਮਾਤਾ ਤ੍ਰਿਪਤਾ ਜੀ ਨੇ। ਪੂਜ ਚੰਡਿਕਾ ਬਹੁਰ ਗਣੇਸ਼ਾ। ਕਦੇ ਚੰਡਕਾ ਦਾ ਚਿੰਤਨ ਕਰਦੇ ਸੀ ਮਾਤਾ ਤ੍ਰਿਪਤਾ, ਕਦੇ ਗਣੇਸ਼ ਦਾ, ਕਿਉਂਕਿ ਦੇਵੀ ਦੇਵਤਾਵਾਂ ਨੂੰ ਬੇਦੀਆਂ ਦੇ ਵਿੱਚ ਆਮ ਤੌਰ ਤੇ ਛਤਰੀ ਪੂਜਦੇ ਸੀ। ਕਦੇ ਗਣੇਸ਼ ਜੀ, ਹੇ ਗਣੇਸ਼ ਭਗਵਾਨ ਮੇਰਾ ਪੁੱਤਰ ਠੀਕ ਹੋ ਜਾਏ। ਐਸੀ ਭਾਵਨਾ ਮਾਂ ਪਿਓ, ਜਿਵੇਂ ਆਪਾਂ ਕਦੇ ਆਖਦੇ ਆ ਹੇ ਮਹਾਰਾਜ ਸਾਡੇ ਤੇ ਕਿਰਪਾ ਹੋ ਜਾਏ, ਅਸੀਂ ਇਸ ਸਥਾਨ ਤੇ ਦਰਸ਼ਨ ਕਰਾਂਗੇ ਸੁਖਣਾ ਸੁਖ, ਇਹਦਾ ਮਾਤਾਵਾਂ ਵੀ ਇੱਛਾ ਰੱਖਦੀਆਂ ਸੀ। ਸੁਤ ਸਰੀਰ ਕੋ ਕਰਹੁ ਅਰੋਗਾ। ਮੇਰਾ ਪੁੱਤਰ ਦਾ ਸਰੀਰ ਅਰੋਗ ਹੋ ਜਾਵੇ। ਜਿਉ ਉਪਾਇਨ ਜਸ ਜਿਸ ਜੋਗਾ। ਜੈਸੀ ਉਪਾਇਨ ਭੇਟਾ, ਜਿਹਨੂੰ ਯਾਨੀ ਯੋਗਿਆ ਹੈ, ਜਿਸ ਦੇ ਮੰਦਰ 'ਚ ਜੋ ਪੂਜਾ ਹੋਵੇਗੀ ਮੈਂ ਚੜਾਵਾਂਗੀ। ਜਿਵੇਂ ਮਾਵਾਂ ਸੁਖਣਾ ਸੁਖਦੀਆਂ ਨੇ, ਮੈਂ ਇੱਥੇ ਪ੍ਰਸ਼ਾਦ ਦਿਆਂਗੀ, ਉਸੇ ਭਾਵ ਨਾਲ ਮਾਤਾ ਜੀ ਗੁਰੂ ਨਾਨਕ ਸਾਹਿਬ ਠੀਕ ਹੋ ਜਾਣ ਤਾਂ ਇਹ ਇੱਛਾ ਸੁਖਣਾ ਸੁਖ ਰਹੇ ਸੀ। ਬੰਦੈ ਕਰ ਧਰ ਪਰ ਧਰ ਸਿਰ ਕੋ। ਬਾਰ ਬਾਰ ਸਿਰ ਧਰਤੀ ਤੇ ਧਰ ਕੇ ਬੰਦਨਾ ਕਰਦੇ, ਹੈ ਭਗਵਾਨ ਮੇਰਾ ਪੁੱਤਰ ਠੀਕ ਹੋ ਜਾਵੇ। ਨਮੈ ਨਮੋ ਕਰੈ ਸ਼੍ਰੀ ਲਖਮੀ ਬਰ ਕੋ। ਫਿਰ ਕਦੇ ਲక్ష్ਮੀ ਵਾਰ ਵਿਸ਼ਨੂੰ ਭਗਵਾਨ ਨੂੰ ਵੀ ਨਮਸਕਾਰ ਕਰਦੇ ਸੀ। ਸੋਚ ਕਰ ਗਹਿ ਕਰ ਬਹੁਰੋ ਬੋਲੀ। ਫਿਰ ਆਪਣੇ ਪੁੱਤਰ ਦਾ ਬਾਂਹ ਫੜ ਕੇ ਨਾ ਫਿਰ ਮਾਤਾ ਬੋਲੀ, ਤ੍ਰਿਪਤਾ ਜੀ ਕਹਿਣ ਲੱਗੇ ਕਹੋ ਆਪਣੀ ਪੀਰਾ ਖੋਲੀ। ਪੁੱਤਰ ਦੱਸ ਹੁਣ ਤਾਂ ਆਪਣੀ ਪੀੜਾ ਦੱਸ, ਖੋਲ ਕੇ ਦੱਸ ਗੱਲ। ਤਿਸ ਪਰ ਮੈਂ ਕਰਵਾਉ ਇਲਾਜਾ। ਉਹਦਾ ਇਲਾਜ ਤੇ ਕਰਾਵਾਂ, ਪੀੜਾ ਤੇ ਪਤਾ ਹੋਵੇ ਕੋਈ। ਵੈਦ ਬੁਲਾਏ ਬਿਲਮ ਬਿਨ ਆਜਾ। ਮੈਂ ਬਿਨਾਂ ਦੇਰੀ ਤੋਂ ਅੱਜ ਵੈਦ ਨੂੰ ਬੁਲਾਵਾਂਗੀ। ਮਸਟ ਕਰੀ ਬੇਦੀ ਕੁਲ ਨਾਥਾ। ਮਹਾਰਾਜ ਚੁੱਪ ਕਰ, ਕੁਛ ਵੀ ਨਾ ਬੋਲੇ। ਉਤਰ ਨਾ ਦੇ ਕੋ ਜਨਨੀ ਸਾਥਾ। ਮਾਂ ਨੂੰ ਕੀ ਕਹਿਣਾ ਸੀ ਪੀੜਾ ਦਾ, ਉਹ ਤਾਂ ਵੈਦ ਨਾਲ ਹੀ ਬਚਨ ਕਰਨੇ ਸੀ। ਸੋ ਮਹਾਰਾਜ ਕੋਈ ਬਚਨ ਨਾ ਕੀਤੇ। ਸੁਧ ਲੇਵਨ ਆਵੈ ਸਭ ਗਿਆਤੀ। ਸਾਰੇ ਰਿਸ਼ਤੇਦਾਰ ਵੀ ਆਉਂਦੇ ਨੇ ਖਬਰ ਲੈਣ, ਪੁੱਛਦੇ ਚਾਚਾ ਲਾਲੂ ਜੀ ਆਦਿਕ, ਜਿਨ ਕੋ ਨਹਿ ਅਸਰੀਤ ਸੁਹਾਤੀ। ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹ ਕੰਮ ਠੀਕ ਨਹੀਂ ਹੈ। ਭੋਜਨ ਖਾਤ ਨਾ ਪੀਵਤ ਨੀਰੂ। ਭੋਜਨ ਵੀ ਨਹੀਂ ਸੀ ਖਾਂਦੇ, ਪਾਣੀ ਵੀ ਨਹੀਂ ਪੀਂਦੇ। ਢੇਰਤ ਬੇਦੀ ਭਏ ਅਧੀਰੂ। ਸਾਰੇ ਬੇਦੀ ਵੇਖ ਕੇ ਬੜੇ ਹੌਸਲਾ ਟੁੱਟ ਗਿਆ ਕਿ ਪਤਾ ਨਹੀਂ ਕੀ ਗੱਲ ਹੋ ਗਈ ਹੈ, ਕਿਉਂ ਨਹੀਂ ਠੀਕ ਹੋ ਰਹੇ। ਹੋਰ ਬਿਸੂਰਤ ਸਭ ਪਰਵਾਰੂ। ਸਾਰਾ ਪਰਿਵਾਰ ਬੜਾ ਦੁਖੀ ਸੀ। ਰੁਜਨਾ ਪਾਏ ਨਹਿ ਕਰ ਉਪਚਾਰੂ। ਰੋਗ ਨਹੀਂ ਸੀ ਲੱਭਦਾ ਕਿ ਕੀ ਬਿਮਾਰੀ ਹੈ, ਕੀ ਦੁੱਖ ਹੈ, ਤੇ ਨਾ ਕੋਈ ਇਹਦਾ ਇਲਾਜ ਲੱਭ ਰਿਹਾ ਹੈ। ਕਾਲੂ ਸੋ ਬੋਲੇ ਮਿਲ ਸੋਊ। ਪਿਤਾ ਕਾਲੂ ਜੀ ਨੂੰ ਮਿਲ ਕੇ ਬੋਲੇ, ਤਬ ਤਨੁਜੈ ਕੋ ਦੁਖ ਹੈ ਕੋਊ। ਕਹਿੰਦੇ ਦੱਸ ਕਾਲੂ ਤੇਰੇ ਪੁੱਤਰ ਨੂੰ ਕੀ ਦੁੱਖ ਹੈ। ਤੂੰ ਨਿਚਿੰਤ ਫਿਰ ਹੈ ਕਹੋ ਕੈਸੇ। ਤੂੰ ਬੇਚਿੰਤ ਹੋ ਕੇ ਕਿਵੇਂ ਫਿਰਦਾ, ਤੇਰਾ ਬੱਚਾ ਬਿਮਾਰ ਹੈ, ਤੂੰ ਇਸ ਤਰ੍ਹਾਂ ਕਿਵੇਂ, ਦੇਖ ਪੁੱਛਿਆ ਵੀ ਨਹੀਂ, ਹਾਲ ਵੀ ਠੀਕ ਵੀ ਨਹੀਂ ਕਰਾਉਂਦਾ। ਇੱਕ ਸੁਤ ਬਹੁਰ ਰੁਜੀ ਪਾ ਐਸੇ। ਇੱਕੋ ਪੁੱਤਰ ਹੈ ਤੇਰੇ ਘਰ, ਉਹ ਵੀ ਇੰਨਾ ਰੋਗੀ ਹੈ। ਵੈਦ ਬੁਲਾਏ ਇਲਾਜ ਕਰੀਜੈ। ਵੈਦ ਨੂੰ ਬੁਲਾਓ, ਇਲਾਜ ਕਰਾ ਕੁਝ ਆਪਣੇ ਪੁੱਤਰ ਦਾ। ਦਰਬ ਲੋਭ ਨਹਿ ਹਿਰਦੈ ਧਰੀਜੈ। ਪੈਸੇ ਦੀ ਲਾਲਸਾ ਕਿਉਂ ਕਰਦਾ ਵੀ ਖਰਚਾ ਆ ਜਾਏਗਾ, ਪੈਸੇ ਦੀ ਲਾਲਸਾ ਨਾ ਕਰ, ਪੁੱਤਰ ਠੀਕ ਕਰਾ ਆਪਣਾ। ਜੇ ਤਵ ਤਾਤ ਅਰੋਗ ਜੀਵੰਤੂ। ਜੇ ਤੇਰਾ ਪੁੱਤਰ ਠੀਕ ਰਿਹਾ, ਅਰੋਗੀ ਰਿਹਾ, ਜਿਉਂਦਾ ਰਿਹਾ, ਇਹ ਤੇ ਅਧਿਕ ਹੋਏ ਧਨਵੰਤੂ। ਇਸ ਤੋਂ ਵੱਧ ਪੈਸਾ ਆ ਜਾਏਗਾ, ਪੁੱਤਰਾਂ ਨਾਲ ਹੋਰ ਮਾਇਆ ਵੱਧ ਜਾਣੀ ਹੈ, ਪੁੱਤਰ ਦਾ ਇਲਾਜ ਜ਼ਰੂਰ ਕਰਾ। ਸੁਤ ਸਨੇਹ ਕੋ ਮਨ ਤੇ ਤਿਆਗੀ। ਪੁੱਤਰ ਦਾ ਮੋਹ ਹੀ ਛੱਡਿਆ ਬੈਠਾ ਹੈ ਮਨ ਚੋਂ। ਦਰਬ ਵਿਖੈ ਕਿਉ ਭਾ ਅਨੁਰਾਗੀ। ਪੈਸੇ ਦੀ ਲਾਲਸਾ ਵਿੱਚ ਕਿਉਂ ਪਿਆ ਹੈ। ਤਰਕ ਸੁਨਤ ਗਿਆ ਤਿਨ ਕੀ ਕਾਲੂ। ਰਿਸ਼ਤੇਦਾਰਾਂ ਦੇ ਸ਼ੰਕੇ ਸੁਣ ਕੇ ਹੁਤੋ ਅਨੁਜ ਢਿਗ ਤਿਹ ਛਿਨ ਲਾਲੂ। ਕੋਲ ਚਾਚਾ ਲਾਲੂ ਜੀ ਬੈਠੇ ਸੀ, ਉਹਨਾਂ ਨੂੰ ਪੁੱਛਿਆ, ਗੱਲ ਕੀਤੀ। ਵੈਦ ਬੁਲਾਵਨ ਹੇਤ ਪਠਾਇਆ। ਜਾ ਹੁਣੇ ਜਾ ਪਤਾ ਕਰਕੇ ਆ, ਵੈਦ ਜੀ ਨੂੰ ਬੁਲਾ ਕੇ ਲਿਆ। ਸੋ ਹੁਣ ਖਾਲਸਾ ਜੀ ਵੈਦ ਨੂੰ ਬੁਲਾਉਣ ਵਾਸਤੇ ਆਖਿਆ। ਚਾਚਾ ਲਾਲੂ ਜੀ ਜਿਵੇਂ ਵੈਦ ਬੁਲਾਣ ਜਾਂਦੇ, ਵੈਦ ਨੇ ਆਉਣਾ। ਵੈਦ ਬੁਲਾਇਆ, ਵੈਦਗੀ ਪਕੜ ਢੰਡੋਲੇ ਬਾਹ। ਵੈਦ ਨੇ ਬਾਹ ਪਕੜਨੀ, ਕਈ ਆਪਣੇ ਯਤਨ ਕਰਨੇ, ਦੇਖਣਾ ਕਿ ਸ਼ਾਇਦ ਪੁੱਛਣਾ ਕੀ ਹੋਇਆ ਹੈ। ਫਿਰ ਗੁਰੂ ਨਾਨਕ ਸਾਹਿਬ ਇਹ ਸ਼ਬਦ ਬੋਲੇ ਸਨ, ਭੋਲਾ ਵੈਦ ਨਾ ਜਾਣਈ ਕਰਕ ਕਰੇ ਜੇ ਮਾਹ। ਮਹਾਰਾਜ ਕਹਿੰਦੇ ਬਾਹਰਲੀਆਂ ਪੀੜਾਂ ਤਾਂ ਦੁਨੀਆ ਦੇਖ ਸਕਦੀ ਹੈ, ਜਿਹੜੀ ਅੰਦਰ ਦੀ ਪੀੜਾ ਹੈ ਹਿਰਦੇ ਦੀ, ਉਹ ਦੁਨੀਆ ਨਹੀਂ ਵੇਖ ਸਕਦੀ।
ਫਿਰ ਗੁਰੂ ਨਾਨਕ ਪਾਤਸ਼ਾਹ ਜਿਵੇਂ ਪੀੜਾ ਦੱਸੀ, ਪੀੜਾ ਰੋਗ ਵੀ ਦੱਸਿਆ, ਬਿਮਾਰੀ ਦਾ ਇਲਾਜ ਵੀ ਦੱਸਿਆ ਹੈ ਗੁਰੂ ਸਾਹਿਬ ਜੀ ਨੇ। ਵੈਦ ਦੇ ਇੱਕ ਥਾਂ ਹੀ ਨਹੀਂ, ਕਈ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਹੋਏ ਹਨ। ਸੋ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਹੜੇ ਜਿਹੜੇ ਬਚਨ ਕੀਤੇ ਹਨ, ਇਹ ਪ੍ਰਸੰਗ ਆਪ ਜੀ ਅਗਲੇ ਸਮੇਂ ਸਰਵਣ ਕਰੋਗੇ, ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਵੀ ਸਮਾਪਤੀ ਹੈ। ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਇਹ ਸਰਦ ਰੁੱਤ ਦੇ ਵਿੱਚ ਐਸਾ ਹਾਲ ਵੇਖ ਕੇ ਮਾਤਾ ਤ੍ਰਿਪਤਾ ਜੀ ਦੁਖੀ ਸਨ, ਪਿਤਾ ਕਾਲੂ ਜੀ ਵੀ ਚਿੰਤਾ ਕੀਤੀ। ਸੋ ਹੁਣ ਇਲਾਜ ਕਰਾਉਣ ਵਾਸਤੇ ਵੈਦ ਨੂੰ ਬੁਲਾਇਆ। ਵੈਦ ਨਾਲ ਜਿਹੜੀ ਚਰਚਾ ਹੈ ਬਰੀਕੀ ਦੀ, ਉਹ ਮਹਾਰਾਜ ਜੀ ਬਚਨ ਵਿਲਾਸ ਕੀਤੇ। ਅੰਦਰ ਦੀ ਪੀੜਾ ਅਗਿਆਨਤਾ ਦੀ ਹੈ, ਅਗਿਆਨਤਾ ਹੀ ਬੇਸਮਝੀ ਹੀ ਸਾਨੂੰ ਕਈ ਜਨਮਾਂ ਤੋਂ ਇਸੇ ਚੱਕਰਾਂ 'ਚ ਪਾ ਰਹੀ ਹੈ। ਅੱਜ ਵੀ ਆਪਾਂ ਉੱਥੇ ਹੀ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਦਵਾਈ ਵੀ ਦੱਸੀ, ਉਹ ਦਵਾਈ ਰੋਗ, ਕਿਉਂਕਿ ਦੋਵੇਂ ਚੀਜ਼ਾਂ ਪਤਾ ਹੁਣ ਤਾਂ ਵੈਦ ਹੈ, ਤਾਂ ਡਾਕਟਰ। ਰੋਗ ਦਾਰੂ ਦੋਵੇਂ ਪੁੱਛੈ ਤਾਂ ਵੈਦ ਸੁਝਾ। ਰੋਗ ਦਾ ਪਤਾ ਹੋਵੇ ਤੇ ਦਵਾਈ ਦਾ ਪਤਾ ਹੋਵੇ, ਉਹ ਅਸਲ ਸਿਆਣਾ ਵੈਦ ਹੈ। ਸੋ ਗੁਰੂ ਨਾਨਕ ਪਾਤਸ਼ਾਹ ਸਾਡੀ ਹਉਮੈ ਦੇ ਅਗਿਆਨਤਾ ਦਾ ਰੋਗ ਵੀ ਦੱਸਿਆ, ਤੇ ਸਤਿਗੁਰਾਂ ਨੇ ਜਿਹੜੀ ਅੰਦਰ ਪੀੜਾ ਹੈ ਦੂਰ ਕਿਵੇਂ ਹੋਵੇਗੀ, ਉਹ ਵੀ ਗੁਰੂ ਸਾਹਿਬ ਜੀ ਭਗਤੀ ਤੇ ਗਿਆਨ ਦੇ ਮਾਰਗ ਸਹਿਤ ਦੱਸੀ ਹੈ। ਆਪ ਜੀ ਅਗਲੇ ਸਮਿਆਂ ਵਿੱਚ ਕਥਾਵਾਂ ਸਰਵਣ ਕਰੋਗੇ। ਮਹਾਰਾਜ ਦੀ ਜਿਹੜੀ ਇਹ ਕਥਾ ਹੈ ਸੰਗਤ ਜੀ, ਜਿਹੜੇ ਅਗਲੇ ਪ੍ਰਸੰਗ ਹਨ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ, 40 ਦਿਨ ਸਿੰਘਾਂ ਦੀ ਇੱਛਾ ਬਣੀ ਹੈ ਕਿ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਦਾ ਜਸ ਹੋਵੇ। ਸੋ ਆਪ ਜੀ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਆਪਾਂ ਗੁਰੂ ਚਰਨਾਂ 'ਚ ਜੁੜ ਕੇ ਗੁਰੂ ਨਾਨਕ ਸਾਹਿਬ ਦਾ ਚਿੰਤਨ ਹੀ ਹੈ। ਪੁਰਾਣੇ ਬਜ਼ੁਰਗ ਨਾ ਦੇਖੋ, ਅੱਜ ਕੱਲ੍ਹ ਤਾਂ ਆਪਾਂ ਨੂੰ ਇਹ ਕਥਾ, ਹੁਣ ਤੇ ਸੂਰਜ ਪ੍ਰਕਾਸ਼ ਦੀ ਕਥਾ ਸੰਗਤ ਜੀ ਬਹੁਤ ਘੱਟ ਸਥਾਨਾਂ ਤੇ। ਪਹਿਲਾਂ ਬਜ਼ੁਰਗ ਘਰ ਵਿੱਚ ਮਾਈਆਂ ਨੂੰ, ਆਮ ਪਰਿਵਾਰ ਬੱਚਿਆਂ ਨੂੰ ਬਿਠਾ ਕੇ, ਤੇ ਹੈਰਾਨਗੀ ਦੀ ਗੱਲ ਹੈ ਜਿੰਨੇ ਆਪਾਂ ਦਰਬਾਰ 'ਚ ਜੀ ਬੈਠੇ ਆ, ਇੰਨੇ ਤੇ ਇੱਕ ਪਰਿਵਾਰ 'ਚ ਹੁੰਦੇ ਸੀ, 20-25 ਜੀ। ਉਹ ਤਾਂ ਹੁੰਦੇ ਸੀ, ਇਤਫਾਕ ਹੁੰਦਾ ਸੀ, ਆਪਸ 'ਚ ਪਿਆਰ ਹੁੰਦਾ ਸੀ, ਕਿਸੇ ਦੀ ਗੱਲ ਸਹਿ ਵੀ ਲੈਣੀ, ਵੱਡਿਆਂ ਦੀ ਛੋਟਿਆਂ ਦੀ। ਹੁਣ ਕੱਲਾ ਬੰਦਾ ਜਨਾਨੀ ਦੋਣ, ਉਹ ਵੀ ਘਰ 'ਚ ਨਹੀਂ ਇਕੱਠੇ ਰਹਿੰਦੇ, ਉਹ ਵੀ ਆਪਸ 'ਚ ਰੋਜ਼ ਲੜਦੇ ਰਹਿੰਦੇ, ਬੱਚਿਆਂ ਨੂੰ ਕੀ ਸਾਂਭਣਾ। ਕੱਲੇ ਇੱਕ ਜੀ ਇੱਕੋ ਪੁੱਤਰ ਹੋਵੇ ਤਾਂ ਵੀ ਘਰ 'ਚ 4 ਜੀ ਇਕੱਠੇ ਨਹੀਂ ਰਹਿ ਸਕਦੇ, ਮਾਂ ਪਿਓ ਤੇ ਨੂੰਹ ਪੁੱਤਰ। ਇਹ ਸਾਰੀਆਂ ਚੀਜ਼ਾਂ ਪੁਰਾਣੇ ਬਜ਼ੁਰਗਾਂ ਦੀ ਇਕੱਠੇ 30-30 40-40 ਜੀ ਘਰ ਦੇ ਸਾਰੇ ਬਹਿ ਜਾਣਾ, ਤੇ ਇੱਕ ਬਜ਼ੁਰਗ ਨੇ ਜਪਾਲੇ ਦੀ ਜਨਮ ਸਾਖੀ, ਤੇ ਜਿਨ੍ਹਾਂ ਨੂੰ ਵਿਦਿਆ ਦਾ ਗਿਆਨ ਹੁੰਦਾ ਸੀ ਅੱਖਰਾਂ ਦਾ, ਉਹ ਸੂਰਜ ਪ੍ਰਕਾਸ਼ ਕੱਢ ਲੈਂਦੇ, ਤੇ ਸੂਰਜ ਪ੍ਰਕਾਸ਼ ਦੀ ਕਥਾ ਤੇ ਘਰ ਘਰ 'ਚ ਆਮ ਕਰਦੇ ਸਨ ਬਜ਼ੁਰਗ। ਸੋ ਵੱਡੇ ਭਾਗਾਂ ਵਾਲੇ ਮਹਾਰਾਜ ਦੀ ਇੱਦਾਂ ਹੀ ਲੜੀਵਾਰ ਜਿਹੜੀ ਕਥਾ ਹੈ, ਪ੍ਰਸੰਗ ਸਾਰੇ ਕੀ ਗੁਰੂ ਨਾਨਕ ਸਾਹਿਬ ਕੀਤੇ, ਮਹਾਰਾਜ ਦੇ ਵਿਆਹ ਤੱਕ ਦੇ ਪ੍ਰਸੰਗ ਵੀ ਅੱਗੇ ਆਉਣੇ ਆ, ਉਹ ਆਪ ਜੀ ਅਗਲੇ ਸਮੇਂ ਸਰਵਣ ਕਰੋਗੇ। ਇੰਨੀਆਂ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਿਓ। ਅਰਦਾਸ ਕਰੋ ਸਤਿਗੁਰੂ ਸਾਡੇ ਜੀਵਨ ਨਾਮ ਦੀ ਦਾਤ ਬਖਸ਼ਣ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਬਖਸ਼ਣ ਯੋਗ ਹੈ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਪੰਕਤੀਆਂ ਪੜ੍ਹ ਕੇ ਸਮਾਪਤ। ਲਾਲੂ ਤੇ ਕਰ ਜਾਏ ਬੁਲਾਇਆ, ਨਾਮ ਜਾਸ ਹਰਿਦਾਸ ਹੁਲਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧਕੂ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤੁ ਨਾਨਕ ਹੋਤ ਨਿਹਾਲ। ਆਹੇ ਕਾਟੇ ਮਿਟੇ ਗਮਨ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰ ਮਿਟੈ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।